ਧੰਨ ਗੁਰ ਦਰਸ਼ਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਸਾਧ ਸੰਗਤ ਜੀ ਵੈਲਕਮ ਟੂ ਧੰਨ ਗੁਰ ਦਰਸ਼ਨ ਵੈਲਕਮ ਟੂ UK YouTube ਚੈਨਲ ਗੁਰੂ ਦਰਸ਼ਨ ਬਲੈਸਿੰਗਸ। ਸਾਧ ਸੰਗਤ ਜੀ ਅੱਜ ਸਾਡੇ ਨਾਲ ਦਾਸ ਸਾਹਿਲ ਜੀ ਤੇ ਦਾਸ ਹੀਨਾ ਜੀ ਜੁੜ ਰਹੇ ਨੇ ਜੋ ਕਿ ਲੁਧਿਆਣਾ ਤੋਂ ਨੇ। ਦਾਸ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਦਾਸ ਜੀ ਆਪ ਦੋਨੋਂ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਗੁਰਦਰਸ਼ਨ ਬਲੈਸਿੰਗਸ ਵਿੱਚ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਆਪ ਜੀ ਇੰਨਾ ਕੀਮਤੀ ਸਮੇਂ ਆਪਣਾ ਜੋ ਕੀਮਤੀ ਸਮੇਂ ਦੇ ਕੇ ਆਪ ਜੀ ਗੁਰੂ ਸਾਹਿਬ ਜੀ ਦੀ ਰਹਿਮਤਾਂ ਤੇ ਕਿਰਪਾ ਦੇ ਬਾਰੇ ਦੱਸਣਾ ਚਾਹੁੰਦੇ ਹੋ ਸਾਧ ਸੰਗਤ ਜੀ ਨੂੰ। ਇੱਥੇ ਸਭ ਤੋਂ ਪਹਿਲੇ ਜੀ ਬਿਫੋਰ ਅਸੀਂ ਗੱਲਬਾਤ ਸ਼ੁਰੂ ਕਰੀਏ ਮੈਂ ਸਾਧ ਸੰਗਤ ਜੀ ਨੂੰ ਦੱਸਣਾ ਚਾਹਾਂਗੀ ਕਿ ਸਾਡੇ ਜਿਹੜੇ ਇਹ ਜੀ ਹੈ ਇਹ ਬਹੁਤ ਹੀ ਨਵੇਂ ਜੀਵ ਹੈ। ਅਗਰ ਅਸੀਂ ਸੰਸਾਰਿਕ ਰੂਪ ਤੇ ਦੇਖੀਏ ਤੇ ਇਹਨਾਂ ਨੇ ਖਾਲੀ ਆਪਣੀ ਜਿਹੜੀ ਜਰਨੀ ਸ਼ੁਰੂ ਕੀਤੀ ਗੁਰੂ ਸਾਹਿਬ ਜੀ ਦੇ ਨਾਲ ਸਾਡੇ ਮਿਸ਼ਨ ਵਿੱਚ ਦਾਸ ਧਰਮ ਵਿੱਚ ਉਹ ਬੜੀ ਹੀ ਥੋੜੇ ਹੀ ਮਹੀਨੇ ਹੋਏ ਇਹਨਾਂ ਨੂੰ ਜੁੜੇ ਹੋਏ ਨੂੰ। ਅਸੀਂ ਹੁਣੀ ਗੱਲਬਾਤ ਕਰਾਂਗੇ ਤੇ ਸਾਨੂੰ ਸਾਰਾ ਪਤਾ ਲੱਗੇਗਾ। ਲੇਕਿਨ ਜੋ ਰੱਬੀ ਚੀਜ਼ ਅਗਰ ਅਸੀਂ ਦੇਖੀਏ ਤੇ ਅਸੀਂ ਕੋਈ ਜਨਮਾਂ ਦੇ ਅਸੀਂ ਜੋ ਵਿਛੜੇ ਬੰਦੇ ਹਾਂ ਅਸੀਂ ਉਹ ਆ ਕੇ ਮਿਲਦੇ ਹਾਂ। ਸਾਡੇ ਕੋਈ ਪੁਰਬਲੇ ਕਰਮ ਹੁੰਦੇ ਹੈ ਜੋ ਸਾਨੂੰ ਸਾਡਾ ਗੁਰੂ ਮਿਲਦਾ ਹੈ, ਸਾਨੂੰ ਸਾਡੀ ਬਾਹ ਖਿੱਚਦਾ ਹੈ। ਉਹ ਕੋਈ ਪੁਰਾਣੇ ਜੀ ਸੀਗੇ ਜੋ ਸਾਨੂੰ ਇਸ ਟਾਈਮ ਤੇ ਆ ਕੇ ਮਿਲ ਗਿਆ, ਸਾਡਾ ਗੁਰੂ ਏਦਾਂ ਦਾ ਮਿਲ ਗਿਆ ਸਾਨੂੰ। ਠੀਕ ਹੈ ਜੀ। ਤੇ ਸਭ ਤੋਂ ਪਹਿਲੇ ਹੁਣ ਅਸੀਂ ਸ਼ੁਰੂਆਤ ਕਰਨੇ ਆ ਅਸੀਂ ਆਪਣੇ ਪਹਿਲੇ ਸਵਾਲ ਤੋਂ ਕਿ ਦਾਸ ਜੀ ਸਾਨੂੰ ਦੱਸੋ ਤੁਸੀਂ ਕਦੋਂ ਕਿਸ ਤਰ੍ਹਾਂ ਜੁੜੇ ਸੀ ਤੁਸੀਂ ਗੁਰੂ ਸਾਹਿਬ ਜੀ ਦੇ ਨਾਲ? ਸਾਨੂੰ ਸਾਡੇ ਤੇ ਉਦੋਂ ਕਿਰਪਾ ਹੋਈ। ਸਾਡੀ ਮੈਰਿਜ ਨੂੰ 5 ਇਅਰਸ ਹੋ ਗਏ ਸੀ ਜੀ। ਜੀ ਤੇ ਸਾਡੇ ਕੋਈ ਅੱਗੇ ਬੇਬੀ ਨਹੀਂ ਹੋ ਰਿਹਾ ਸੀਗਾ। ਅਸੀਂ ਕਾਫੀ ਡਾਕਟਰਸ ਕੋਲ ਕਾਫੀ ਐਸਟਰੋਲੋਜਰਸ ਕੋਲ ਭਟਕੇ ਤੇ ਸਾਨੂੰ ਈਵਨ ਕਿ ਕਈ ਐਸਟਰੋਲੋਜਰਸ ਨੇ ਇਹ ਵੀ ਕਹਿ ਦਿੱਤਾ ਕਿ ਤੁਹਾਨੂੰ ਬੱਚਾ ਅਡਾਪਟ ਕਰਨਾ ਪੈਣਾ ਹੈ। ਈਵਨ ਕਿ ਵਾਈਫ ਬੈਠੇ ਇਹਨਾਂ ਨੂੰ 2 ਵਾਰੀ ਖਰਾਬ ਵੀ ਹੋ ਗਿਆ ਕੇਸ। ਅਸੀਂ ਮਤਲਬ ਹੋਪਲੈਸ ਸਿਚੁਏਸ਼ਨ ਸੀਗੇ। ਸਾਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਅਸੀਂ ਹੁਣ ਕਿਹਦੇ ਕੋਲ ਜਾਈਏ, ਕਿਹਦੇ ਅੱਗੇ ਫਰਿਆਦ ਕਰੀਏ। ਅਸੀਂ ਗਏ ਪੰਡਿਤ ਦੇ ਕੋਲੇ ਐਸਟਰੋਲੋਜਰ ਕੋਲ। ਤੋ ਉਹਨਾਂ ਨੇ ਸਾਨੂੰ ਲਾਸਟ ਈਅਰ ਦੱਸਿਆ। ਉਹ ਕਹਿੰਦੇ ਵੀ ਜਾਂ ਤਾਂ ਮਤਲਬ ਤੁਹਾਨੂੰ IVF ਕਰਵਾਉਣਾ ਪਏਗਾ ਜਾਂ ਫਿਰ ਤੁਹਾਨੂੰ ਮਤਲਬ ਅਡਾਪਸ਼ਨ ਹੀ ਕਰਵਾਉਣੀ ਪਏਗੀ। ਤੇ ਉਹ ਵੀ ਤੁਸੀਂ ਮਤਲਬ ਕਿਸੇ ਦਾ ਬੱਚਾ ਪੈਸੇ ਦੇ ਕੇ ਨਹੀਂ ਲੈਣਾ। ਜੇ ਤੁਹਾਨੂੰ ਕੋਈ ਫ੍ਰੀ ਆਫ ਕਾਸਟ ਦਿੰਦਾ ਤੇ ਤੁਸੀਂ ਲੈਣਾ ਗੋਦ। ਤੋ ਮੈਂ ਤਾਂ ਬਹੁਤ ਰੋਈ। ਮੈਂ ਕਿਹਾ ਇਹ ਕਿਹੜੀ ਸਿਚੁਏਸ਼ਨ ਆ ਗਈ। ਤੋ ਬਾਈ ਚਾਂਸ ਹੀ ਮੈਂ ਆਪਣੀ ਫਰੈਂਡ ਨੂੰ ਕਾਲ ਕੀਤੀ ਤੋ ਉਹਦਾ ਹਾਲ ਪੁੱਛਣ ਲਈ ਕਾਫੀ ਸਾਲ ਬਾਅਦ। ਤੋ ਉਹਦੇ ਮੰਮਾ ਮੈਨੂੰ ਕਹਿੰਦੇ ਕਿ ਮੈਰਿਜ ਨੂੰ ਇੰਨਾ ਟਾਈਮ ਹੋ ਗਿਆ, ਕੋਈ ਬੇਬੀ ਤੁਸੀਂ ਹਲੇ ਕੀਤਾ ਨਹੀਂ ਹੈਗਾ। ਤੋ ਮੈਂ ਕਿਹਾ ਐਕਚੁਅਲੀ ਏਦਾਂ ਕਰਕੇ 2-3 ਵਾਰ ਮਿਸਕੈਰੇਜ ਹੋ ਗਿਆ। ਤੋ ਮੈਂ ਕਿਹਾ ਫਿਰ ਮੈਨੂੰ ਲਾਸਟ ਟਾਈਮ ਵੀ ਮੈਂ ਬਹੁਤ ਔਖੀ ਬਚੀ ਹਾਂ। ਤੋ ਉਹ ਕਹਿੰਦੇ ਤੁਸੀਂ ਫਿਰ ਏਦਾਂ ਕਰੋ, ਤੁਸੀਂ ਉੱਥੇ ਆਓ ਬਟਾਲਾ। ਤੋ ਮੈਂ ਕਿਹਾ ਬਟਾਲਾ ਕੀ ਹੈਗਾ? ਕਹਿੰਦੇ ਸਾਡੇ ਸਤਿਗੁਰੂ ਬਹੁਤ ਕਰਨੀ ਵਾਲੇ ਨੇ, ਮਹਾਰਾਜ ਤਿਲੋਚਨ ਦਾਸ ਜੀ। ਤੋ ਉਹਨਾਂ ਨੇ ਮੈਨੂੰ ਦੱਸਿਆ ਸਾਰਾ ਕੁਝ। ਕਹਿੰਦੇ ਤੁਸੀਂ ਉਹਨਾਂ ਦੇ ਸਤਸੰਗ ਫੋਲੋ ਕਰੋ ਪਹਿਲੇ YouTube ਤੇ। ਤੋ ਮੈਂ ਫਿਰ ਉਹਨਾਂ ਦਾ ਸਤਸੰਗ ਖੋਲਿਆ। ਮੈਨੂੰ ਇੱਕੋ ਦਮ ਅੰਦਰੋਂ ਇੰਨੀ ਕੁ ਖਿੱਚ ਪਈ, ਮੈਂ ਬਹੁਤ ਰੋਈ ਸਤਸੰਗ ਸੁਣ ਕੇ ਉਹਨਾਂ ਦਾ। ਤੋ ਬਹੁਤ ਰੋਈ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਏਦਾਂ ਕਰਕੇ ਗੱਲ ਹੋਈ ਹੈ ਵੀ ਤੁਸੀਂ ਦੇਖ ਲਓ ਜੇ ਤੁਸੀਂ ਮੇਰੇ ਨਾਲ ਉੱਥੇ ਜਾ ਸਕਦੇ ਹੋ। ਉਹ ਕਹਿੰਦੇ ਵੀ ਉੱਥੇ ਝੋਲੀ ਫਲ ਪਾਉਂਦੇ ਆ ਤੇ ਮਹਾਰਾਜ ਜੀ ਜੋ ਦਿੰਦੇ ਨੇ ਉਹ ਪੂਰਾ ਹੀ ਹੁੰਦਾ ਵਚਨ। ਤੋ ਇਹ ਕਹਿੰਦੇ ਚੱਲ ਦੇਖ ਲਾਂਗੇ, ਕੋਈ ਗੱਲ ਨਹੀਂ ਹੈ। ਮੈਂ ਕਿਹਾ ਚਲੋ ਠੀਕ ਹੈ। ਇਹ 5 ਤਰੀਕ ਨੂੰ ਆਪਾਂ ਗਏ ਸੀ। ਹਾਂਜੀ ਐਕਚੁਅਲੀ ਮੈਂ ਇਹ ਥੋੜਾ ਗੁਰੂ ਸੰਤਾਂ ਵਾਲੇ ਦਾ ਝੁਕਾਵ ਸੀਗਾ। ਮੈਂ ਦੁਨੀਆ 'ਚ ਫਸਿਆ ਹੋਇਆ ਸੀਗਾ। ਮੈਂ ਮੰਦਿਰ ਵੀ ਘੱਟ ਜਾਂਦਾ ਸੀਗਾ। ਮੈਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਸੀ ਜੀ। ਸੱਚੀ ਦੱਸਾਂ ਤਾਂ ਮੈਂ ਮੰਨਦਾ ਵੀ ਨਹੀਂ ਸੀਗਾ ਜੀ। ਤੇ ਅਸੀਂ ਫਿਰ ਵੀ ਸਾਡੇ ਤੇ ਰਹਿਮਤ ਹੋਣੀ ਸੀਗੀ। ਮਹਾਰਾਜ ਜੀ ਨੇ ਸਾਨੂੰ ਬੁਲਾਣਾ ਸੀਗਾ। ਅਸੀਂ 5 ਤਰੀਕ ਨੂੰ ਮਨ ਬਣਾਇਆ ਸੀ, 5 ਦਸੰਬਰ ਨੂੰ ਪਹੁੰਚ ਗਏ ਜਦੋਂ 3 ਦਿਨ ਦਾ ਵੱਡਾ ਸਮਾਗਮ ਸੀਗਾ। ਜਦੋਂ ਅਸੀਂ ਉੱਥੇ ਪਹੁੰਚੇ, ਮੈਂ ਫੇਰ ਤੁਹਾਨੂੰ ਸੱਚ ਦੱਸੂਗਾ, ਮੈਂ ਅਣਮਨੇ ਮਨ ਨਾਲ ਜਾ ਰਿਹਾ ਸੀਗਾ। ਮੈਨੂੰ ਪਤਾ ਨਹੀਂ ਸੀ ਮੈਂ ਕਿੱਡੀ ਉੱਚੀ ਸੁੱਚੀ ਜਗ੍ਹਾ ਤੇ ਜਾ ਰਿਹਾ। ਮੈਂ ਉੱਥੇ ਜਾ ਕੇ ਬਾਹਰ ਜਾ ਕੇ ਵੀ ਇੱਕ ਵਾਰੀ ਸੋਚਿਆ ਕਿ ਮੈਂ ਕਿੱਥੇ ਆ ਗਿਆ, ਕਿ ਇਹ ਕਿਸੇ ਦਾ ਆਪਣਾ ਮਿਸ਼ਨ ਹੈ, ਮੈਂ ਤੋਂ ਕੀ ਲੈਣਾ, ਜਿੱਦਾਂ ਬੰਦਾ ਸੋਚਦਾ ਜੀ। ਬਿਲਕੁਲ। ਤੇ ਮੈਂ ਫੇਰ ਵੀ ਆਪਣੀ ਵਾਈਫ ਦਾ ਮਨ ਰੱਖਣ ਲਈ ਇਹਦੇ ਨਾਲ ਅੰਦਰ ਚਲਾ ਗਿਆ। ਅੰਦਰ ਜਦੋਂ ਅਸੀਂ ਗਏ ਤਾਂ ਉੱਥੇ ਇੱਕ ਦਾਸ ਜੀ ਜਿਹੜੇ ਪਰਚੀ ਕੱਟ ਰਹੇ ਸੀ ਫਲਦਾਨ ਦੀ, ਉਹਨਾਂ ਨੇ ਸਾਨੂੰ ਫਲਦਾਨ ਲਈ ਕੁਝ ਨਿਯਮ ਦੱਸੇ। ਤਾਂ ਉਹ ਕਹਿੰਦੇ ਕਿ ਪਹਿਲਾਂ ਜਿੱਦਾਂ ਕਿ ਨਿਯਮ ਆਪਾਂ ਖਾਣਾ ਪੀਣਾ ਨਹੀਂ ਹੈ। ਤਾਂ ਮੈਂ ਡਰਿੰਕ ਤਾਂ ਨਹੀਂ ਮੈਂ ਲੈਂਦਾ, ਬਟ ਨੌਨ ਵੈਜ ਮੈਂ ਕਦੀ ਖਾ ਲੈਂਦਾ ਸੀ। ਬਟ ਉਹ ਮੈਂ ਸ਼ਰਤ ਮੰਨਣ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਦੂਜੀ ਸ਼ਰਤ ਉਹਨਾਂ ਨੇ ਰੱਖੀ ਕਿ ਤੁਹਾਨੂੰ ਹਾਜ਼ਰੀਆਂ ਲਾਣੀਆਂ ਪੈਣੀਆਂ।
ਠੀਕ ਹੈ ਜੀ। ਤੇ ਮੈਂ ਉਹਨਾਂ ਨੂੰ ਇਹ ਸਵਾਲ ਰੱਖਿਆ ਕਿ ਜਦੋਂ ਮੈਂ ਕਦੀ ਕੰਮ 'ਚ ਬਿਜ਼ੀ ਹੋਵਾਂ, ਮੈਂ ਨਾ ਆ ਸਕਾਂ ਤੇ ਮੈਂ ਕੀ ਕਰੂੰਗਾ। ਮੈਂ ਝੂਠ ਨਹੀਂ ਬੋਲਣਾ ਚਾਹੁੰਦਾ। ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ, ਇਹ ਮਹਾਰਾਜ ਜੀ ਦੀ ਕਿਰਪਾ ਹੈ, ਉਹ ਜਦੋਂ ਉਹਨਾਂ ਨੇ ਬੁਲਾਣਾ ਤੇ ਤੁਹਾਨੂੰ ਆਪ ਨਹੀਂ ਪਤਾ ਲੱਗਣਾ। ਅਸੀਂ ਫਿਰ ਵੀ ਅਸੀਂ ਪਰਚੀ ਕਟਾਈ ਤੇ ਅਸੀਂ ਸਤਸੰਗ ਲਈ ਬੈਠ ਗਏ। ਅਸੀਂ ਉੱਥੇ ਜਦੋਂ 5 ਤਾਰੀਖ ਨੂੰ ਗਏ ਆ ਤੇ ਇਹਨਾਂ ਨੇ ਮੈਨੂੰ ਕਿਹਾ, ਮੈਨੂੰ ਕਹਿੰਦੇ ਤੂੰ ਮੈਨੂੰ ਕਿਹੜੀ ਜਗ੍ਹਾ ਤੇ ਲੈ ਆਈ ਹੈ, ਪਤਾ ਨਹੀਂ ਕਿੰਨਾ ਦੀ ਜਗ੍ਹਾ ਹੈ, ਮੈਨੂੰ ਐਵੇਂ ਲੈ ਕੇ ਆ ਗਈ ਹੈ ਤੂੰ, ਮੈਂ ਨਹੀਂ ਜਾਣਾ ਅੰਦਰ। तो मैं रोना शुरू करता, मैं क्या तुसी चलो अंदर, कहंदे नहीं जाना मैं। फिर औखे सौखे अंदर गए आ, जाके उत्थे भी मैं रोई गई मैनू क्या पर्ची कटाई उत्थे स्लिप, तो वो कहंदे कि तुहाडे आ मतलब चीज़ां मन्नियां पैणियां तुहानू, क्योंकि महाराज जी ने तुहानू जिहड़ी औलाद अता करनी है बहुत सुची औलाद होएगी, तो तुहानू ये सब कुछ छड्डना पैना उहदे वास्ते। मैं तां खांदी पींदी नहीं सी कुछ, ते इन्हां दा सीगा भी थोड़ा बहुत चिकन लैंदे सीगे, ਇਹ ਉਹਦੇ ਲਈ ਰੈਡੀ ਹੋ ਗਏ, ਬਟ ਇਹ ਮੈਨੂੰ ਕਹਿੰਦੇ, ਉਹਨਾਂ ਨੇ ਕਹਿਤਾ ਵੀ ਤੁਹਾਨੂੰ ਇੱਥੇ ਆਣਾ ਪੈਣਾ ਹਾਜ਼ਰੀ ਲਗਾਉਣ ਲਈ ਆਪਣੀ ਸਤਸੰਗ ਸੁਣਨ ਲਈ ਜੀ। ਤਾਂ ਇਹ ਮੈਨੂੰ ਉਹ ਕਹਿੰਦੇ ਤੁਸੀਂ ਹਸਬੈਂਡ ਵਾਈਫ ਆਪਣਾ ਮਤਲਬ ਸਾਈਡ ਤੇ ਜਾ ਕੇ ਗੱਲ ਕਰ ਲਓ ਵੀ ਤੁਸੀਂ ਕਰ ਸਕਦੇ ਹੋ ਤਾਂ ਦੇਖ ਲਓ। ਮੈਂ ਇਹਨਾਂ ਨੂੰ ਬੋਲ ਰਹੀ ਹਾਂ, ਕਹਿੰਦੇ ਮੈਂ ਨਹੀਂ ਆ ਸਕਦਾ, ਮੈਂ ਰੋਜ਼ ਨਹੀਂ ਆ ਸਕਦਾ, ਸਤਸੰਗ ਨਹੀਂ ਸੁਣ ਸਕਦਾ, ਮੈਨੂੰ ਆਪਣੇ ਬੈਂਕ ਦੇ ਕੰਮ ਹੁੰਦੇ ਆ, ਵੇਲਾ ਨਹੀਂ ਆ ਮੈਂ। ਬੜੇ ਰੂਡ ਬਿਹੇਵੀਅਰ ਨਾਲ ਬੋਲੇ ਇਹ। ਤਾਂ ਮੈਂ ਰੋਣਾ ਸ਼ੁਰੂ ਕਰਤਾ, ਰੋਂਦੇ ਰੋਂਦੇ ਜਿਹੜੇ ਆਂਟੀ ਸਾਨੂੰ ਲੈ ਕੇ ਗਏ ਸੀ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਇਆ, ਕਹਿੰਦੇ ਜੇ ਤੂੰ ਇਹ ਸੋਚ ਰਿਹਾ ਨਾ ਵੀ ਅੱਜ ਵੀ ਤੂੰ ਆਇਆ, ਕਹਿੰਦੇ ਤੂੰ ਨਹੀਂ ਆਇਆ, ਇਹ ਮਹਾਰਾਜ ਜੀ ਨੇ ਤੈਨੂੰ ਬੁਲਾਇਆ ਹੈ ਤੇ ਕਹਿੰਦੇ ਤੂੰ ਇਹ ਭੁੱਲ ਨਾ ਵੀ, ਕਹਿੰਦੇ ਉਹਨਾਂ ਦੀ ਮਰਜ਼ੀ ਬਿਨਾਂ ਇੱਥੇ ਕੋਈ ਨਹੀਂ ਆ ਸਕਦਾ, ਬਿਲਕੁਲ। तो ਇਹ ਫਿਰ ਚੁੱਪ ਕਰ ਗਏ, ਚੁੱਪ ਕੀਤੇ। ਮੈਂ ਰੋਂਦੇ ਰੋਂਦੇ ਅੰਦਰੋਂ ਅਰਦਾਸ ਕੀਤੀ, ਮਹਾਰਾਜ ਜੀ ਅਗਰ ਤੁਹਾਡੇ 'ਚ ਵਾਕਈ ਤਾਕਤ ਹੈ ਨਾ, ਤੁਸੀਂ ਕੁਝ ਹੈਗੇ ਹੋ, ਅੱਜ ਇਸ ਬੰਦੇ ਨੂੰ ਬਦਲ ਕੇ ਦਿਖਾ ਦਿਓ ਬਸ ਮੈਨੂੰ, ਆਪਣੀ ਅੱਜ ਚਮਤਕਾਰ ਦਿਖਾ ਹੀ ਦਿਓ ਮੈਨੂੰ ਅੱਜ ਬਸ। ਸਤਸੰਗ 'ਚ ਗਏ ਆ, ਬੈਠੇ ਆ ਉੱਥੇ, ਹਾਜ਼ਰੀ ਭਰੀ ਆਪਣੀ। तो ਮੈਨੂੰ ਲੱਗੇ, ਮੈਂ ਕਿਹਾ ਇੰਨਾ ਲੰਬਾ ਸਤਸੰਗ ਹੈ, ਮੈਂ ਕਿਹਾ ਇਹਨਾਂ ਨੇ ਇਰੀਟੇਟ ਹੋ ਕੇ ਕਹਿਣਾ ਵੀ ਉੱਠ, ਮੈਂ ਨਹੀਂ ਬਹਿਣਾ ਹੈਗਾ ਇੱਥੇ। तो ਬਸ ਇੰਨੀ ਗੱਲ ਹੋਈ। ਮੈਂ ਇਹਨਾਂ ਨੂੰ ਕਿਹਾ ਤੁਸੀਂ ਠੀਕ ਹੋ, ਕਹਿੰਦੇ ਹਾਂ ਮੈਂ ਤਾਂ ਬਿਲਕੁਲ ਠੀਕ ਹਾਂ, ਮੈਨੂੰ ਤਾਂ ਕੁਛ ਵੀ ਨਹੀਂ ਹੋਇਆ। ਮੈਂ ਕਿਹਾ 4 ਘੰਟੇ ਹੋ ਗਏ ਬੰਦਾ ਬੈਠਾ ਹੋਇਆ ਆਰਾਮ ਨਾਲ, ਮੈਂ ਕਿਹਾ ਵਾਕਈ ਕੋਈ ਗੱਲ ਹੈਗੀ ਹੈ ਇੱਥੇ, ਤਾਕਤ ਹੈ ਮਹਾਰਾਜ ਜੀ ਦੀ ਕੋਈ। ਜਦੋਂ ਮੈਂ ਸਤਸੰਗ 'ਚ ਬੈਠਾ ਨਾ, ਤੇ ਕਿਉਂਕਿ ਮੈਂ ਪਹਿਲੀ ਵਾਰੀ ਗਿਆ ਸੀਗਾ, ਮੈਂ ਥੋੜਾ ਦੂਰ ਬੈਠਾ ਸੀ, ਸਕਰੀਨ ਤੇ ਮਹਾਰਾਜ ਜੀ ਦਿਖਦੇ ਸੀਗੇ ਤੇ ਮੈਂ ਦੇਖ ਕੇ ਮਤਲਬ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ। ਜਿੱਦਾਂ ਉਹ ਵਾਕ ਲੈਂਦੇ ਸੀਗੇ, ਉਹਨਾਂ ਦਾ ਚਿਹਰਾ, ਉਹਨਾਂ ਦਾ ਸਰੂਪ ਸਕਰੀਨ ਤੇ ਜੋ ਮੈਨੂੰ ਦਿਖ ਰਿਹਾ ਸੀ, ਉਹਨਾਂ ਦੀ ਆਵਾਜ਼ ਮੈਂ ਦੇਖਦਾ ਹੀ ਰਹਿ ਗਿਆ। ਮੈਂ ਸੋਚੀ 'ਚ ਪੈ ਗਿਆ ਵੀ ਇਹ ਤੂੰ ਕਿਹਨੂੰ ਆ ਕੇ ਦੇਖ ਲਿਆ, ਤੂੰ ਕਿਹਦੇ ਚਰਨਾਂ 'ਚ ਆ ਕੇ ਬਹਿ ਗਿਆ। ਫਿਰ ਮੈਂ ਸੁਣਦਾ ਰਿਹਾ। ਉਹ ਸਤਸੰਗ ਬਿਲਕੁਲ ਜਿਵੇਂ ਮੇਰੇ ਤੇ ਹੀ ਚੋਟ ਕਰਨਾ ਹੁੰਦਾ, ਮੇਰੇ ਤੇ ਸਾਰੇ ਸਵਾਲ ਟੁੱਕਦੇ ਸੀ। ਮੈਨੂੰ ਇੱਕ ਸਵਾਲ ਦਾ ਜਵਾਬ ਮਿਲਿਆ। ਮਤਲਬ ਮੈਂ ਸੋਚੀ ਜਾਵਾਂ ਕਿ ਤੂੰ ਕਿੰਨੀ ਆਕੜ 'ਚ ਆਇਆ ਸੀਗਾ, ਤੇ ਇੱਥੇ ਆ ਕੇ ਤੇਰੇ ਗੁਰੂ ਨੇ ਤੈਨੂੰ ਦੇਖ ਕਿੰਨਾ ਪਿਆਰ ਨਾਲ ਤੈਨੂੰ ਸਮਝਾਇਆ, ਨਾਲ ਮਿੱਠੀ ਤੈਨੂੰ ਮਤਲਬ ਚਪੇੜ ਵੀ ਮਾਰੀ ਆ, ਏਦਾਂ ਦਾ ਸ਼ਬਦ ਮੈਂ ਕਹਿ ਰਿਹਾ। ਬਟ ਉਸ ਦਿਨ ਫਿਰ ਜਦੋਂ ਸ਼ਾਮ ਨੂੰ ਸਾਡੇ ਟਾਈਮ ਆਇਆ ਜੀ ਫਲਦਾਨ ਦਾ, ਤਾਂ ਉਸ ਦਿਨ ਅਸੀਂ ਅੱਧਾ ਘੰਟਾ ਅੰਦਰ ਸੱਚਖੰਡ 'ਚ ਬੈਠੇ ਸੀਗੇ। ਫਿਰ ਸਾਨੂੰ ਮੈਸੇਜ ਆਇਆ ਕਿ ਅੱਜ ਗੁਰੂ ਮਹਾਰਾਜ ਜੀ ਨੇ ਫਲਦਾਨ ਨਹੀਂ ਦੇਣਾ। ਅੱਛਾ ਜੀ। ਤਾਂ ਉਹਨੂੰ ਜੇ ਮੈਂ ਅੱਜ ਦੇਖਾਂ ਤਾਂ ਉਹ ਏਦਾਂ ਸੀ, ਸਾਡੀ ਪ੍ਰੀਖਿਆ ਸੀਗੀ ਕਿ ਇਹ ਬੋਲਦੇ ਕੀ ਹੈ। ਅਸੀਂ ਬੜੇ ਕੂਲ ਜੇ ਮਾਈਂਡ ਨਾਲ ਹੋ ਕੇ ਉੱਥੇ ਐਕਚੁਅਲੀ ਨਾ ਉਹਨਾਂ ਨੇ ਪਹਿਲੇ ਹੀ ਸਾਨੂੰ ਕਿਹਾ ਸੀ ਕਿ ਜੋ ਹੋਊਗਾ ਚੰਗੇ ਲਈ ਹੋਊਗਾ। ਮਹਾਰਾਜ ਜੀ ਨੇ ਤੁਹਾਨੂੰ ਹੁਣੇ ਇੱਕ ਸਤਸੰਗ 'ਚ ਕਿਹਾ ਕਿ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ। ਤੇ ਮੈਂ 1 ਘੰਟਾ ਅਸੀਂ ਉੱਥੇ ਫਲਦਾਨ ਲਈ ਬੈਠੇ। ਜਦੋਂ ਉਹਨਾਂ ਨੇ ਕਿਹਾ ਮਹਾਰਾਜ ਜੀ ਨੇ ਅੱਜ ਆਣਾ ਨਹੀਂ, ਮੇਰੇ ਮਨ 'ਚ ਫੇਰ ਆ ਗਿਆ, ਮੈਂ ਕਿਹਾ ਇਹਨਾਂ ਨੇ ਹੁਣ ਦੁਬਾਰਾ ਲੈ ਕੇ ਨਹੀਂ ਆਣਾ ਮੈਨੂੰ, ਵੀ ਅੱਜ ਮਿਲੇ ਹੀ ਨਹੀਂ ਹੈਗੇ ਮਹਾਰਾਜ ਜੀ। ਤੋ ਬਸ ਫਿਰ ਅਸੀਂ ਕਿਹਾ ਜੋ ਮਹਾਰਾਜ ਜੀ ਕਰਦੇ ਹੋ ਤੁਸੀਂ ਚੰਗਾ ਹੀ ਕਰਦੇ ਹੋ, ਸਾਡੇ ਲਈ ਜੋ ਅੱਛਾ ਉਹੀ ਕੀਤਾ ਤੁਸੀਂ। ਅਸੀਂ ਚੁੱਪਚਾਪ ਉੱਥੋਂ ਆਏ, ਬਾਹਰ ਨਿਕਲੇ, ਉੱਥੋਂ ਅਸੀਂ ਮਹਾਰਾਜ ਜੀ ਦੀ ਫੋਟੋ ਵੀ ਲਿੱਤੀ ਉਸੇ ਦਿਨ। ਸਵਰੂਪ ਲਿੱਤਾ। ਤੋ ਅਸੀਂ ਸਵਰੂਪ ਲੈ ਕੇ ਅਸੀਂ ਆਪਣੀ ਕਾਰ 'ਚ ਰੱਖਿਆ, ਅਸੀਂ ਆਰਾਮ ਨਾਲ ਆ ਗਏ। ਮੈਂ ਇਹਨਾਂ ਨੂੰ ਰਸਤੇ 'ਚ ਡਰਦੇ ਪੁੱਛਿਆ, ਮੈਂ ਕਿਹਾ ਤੁਹਾਨੂੰ ਕਿੱਦਾਂ ਲੱਗਿਆ ਜਾ ਕੇ ਉੱਥੇ? ਕਹਿੰਦੇ ਵਧੀਆ ਸੀ। ਮੈਂ ਕਿਹਾ ਮਹਾਰਾਜ ਤਿਲੋਚਨ ਦਾਸ ਜੀ ਨੂੰ ਮਿਲ ਕੇ ਕਿੱਦਾਂ ਲੱਗਿਆ ਦੇਖ ਕੇ? ਕਹਿੰਦੇ ਵਾਕਈ ਕੋਈ ਗੱਲ ਹੈਗੀ ਆ ਉਹਨਾਂ 'ਚ। ਤੋ ਕਹਿੰਦੇ ਮੈਨੂੰ ਵੀ ਖਿੱਚ ਪੈ ਰਹੀ ਹੈ। ਮੈਂ ਕਿਹਾ ਠੀਕ ਹੈ। ਬਸ 6 ਤਾਰੀਖ ਨੂੰ ਫਿਰ ਆਫਿਸ। ਉਸ ਤੋਂ ਬਾਅਦ ਜਦੋਂ ਅਸੀਂ ਆਏ ਤਾਂ ਮੈਂ ਆ ਕੇ ਨਾ ਰਾਤ ਨੂੰ ਵੀ ਜਿਵੇਂ ਬੰਦਾ ਲੇਟਦਾ ਕੁਝ ਸੋਚਦਾ, ਮੈਂ ਸੋਚਦਾ ਰਿਹਾ ਕਿ ਹਰ ਇਨਸਾਨ ਨੂੰ ਦੁਨੀਆ ਆਪਣੀ ਜ਼ਿੰਦਗੀ 'ਚ ਇੱਕ ਗੁਰੂ ਚਾਹੀਦਾ ਹੁੰਦਾ, ਮਿਲਦਾ ਵੀ ਜ਼ਰੂਰ ਆ। ਤੇ ਮੈਂ ਸੋਚਦਾ ਰਿਹਾ ਕਿ ਇਹ ਉਹੀ ਨੇ ਜੋ ਮੈਨੂੰ ਚਾਹੀਦੇ ਸੀ, ਜਿਨ੍ਹਾਂ ਦੀ ਤਲਾਸ਼ ਸੀ। ਤਾਂ ਮੈਂ ਇਹ ਸਵਾਲ ਆਪਣੇ ਆਪ ਨੂੰ ਕਰ ਰਿਹਾ। ਤਾਂ 6 ਦਸੰਬਰ ਨੂੰ ਅਸੀਂ ਨਹੀਂ ਜਾ ਪਾਏ ਕਿਉਂਕਿ ਮੈਨੂੰ ਆਫਿਸ ਦਾ ਕੁਝ ਕੰਮ ਸੀ।
ਅਸੀਂ 7 ਤਰੀਕ ਨੂੰ ਜਦੋਂ ਸਤਿਗੁਰੂ ਮਹਾਰਾਜ ਦਰਸ਼ਨਦਾਸ ਜੀ ਦਾ ਜਨਮ ਦਿਹਾੜਾ ਸੀ, ਅਸੀਂ ਉਸ ਦਿਨ ਤੀਜੇ ਦਿਨ ਉਸ ਸਮਾਗਮ ਤੇ ਅਸੀਂ ਜਦੋਂ ਪਹੁੰਚੇ ਤਾਂ ਜਿਹੜੇ ਮੈਂ ਸਵਾਲ ਆਪਣੇ ਆਪ ਨੂੰ ਰਾਤ ਨੂੰ ਸੁੱਤੇ ਹੋਏ ਕਰ ਰਿਹਾ ਸੀਗਾ, ਉਸ ਸਵਾਲਾਂ ਦੇ ਜਵਾਬ ਮੈਨੂੰ 7 ਤਰੀਕ ਨੂੰ ਸਤਸੰਗ 'ਚ ਵੀ ਮਿਲੇ। ਤੇ ਮੈਂ ਉਸ ਦਿਨ ਕੀ ਹੋਇਆ, ਮਹਾਰਾਜ ਜੀ ਨੇ ਇੱਕ ਗੱਲ ਦੱਸੀ ਸੀਗੀ, ਇੱਕ ਸਤਸੰਗ ਦੀ ਗੱਲ ਸੁਣਾਈ ਸੀ ਕਿ 2 ਤਰ੍ਹਾਂ ਦੇ ਇਨਸਾਨ ਹੁੰਦੇ ਆ, 2 ਤਲ ਦੇ ਇਨਸਾਨ ਹੁੰਦੇ ਆ, ਨੈਗੇਟਿਵ ਐਂਡ ਪੋਜ਼ਿਟਿਵ। ਤਾਂ ਕਹਿੰਦੇ ਤੁਸੀਂ ਦੱਸੋ ਕੀ ਬਣਨਾ। ਤਾਂ ਮੈਨੂੰ ਉਹ ਗੱਲ ਯਾਦ ਰਹੀ ਤੇ ਤੁਹਾਨੂੰ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜਿੱਦਾਂ ਹੀ ਸਤਸੰਗ ਖਤਮ ਹੋਇਆ ਨਾ, ਜਦੋਂ ਮਹਾਰਾਜ ਜੀ ਗੱਦੀ ਤੋਂ ਉੱਠ ਕੇ ਥੱਲੇ ਉਤਰਦੇ ਆ, ਸੰਗਤ ਨੂੰ ਦਰਸ਼ਨ ਦਿੰਦੇ ਆ, ਮੇਰਾ ਮਨ ਕੀਤਾ ਮੈਂ ਅੱਗੇ ਹੋ ਕੇ ਦੇਖਾਂ ਆਪਣੇ ਮਹਾਰਾਜ ਨੂੰ, ਮੇਰੀ ਅੱਖਾਂ 'ਚੋਂ ਆਂਸੂ ਵੀ ਨਿਕਲੀ ਜਾਣ। ਤੇ ਜਦੋਂ ਮੈਂ ਅੱਗੇ ਹੋ ਕੇ ਦੇਖਿਆ ਨਾ, ਮੈਂ ਮਹਾਰਾਜ ਜੀ ਨੂੰ ਜਦੋਂ ਦੇਖਿਆ, ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਮਹਾਰਾਜ ਜੀ ਦੇ ਕਿੰਨੇ ਰੂਪ ਹੈ, ਦੂਰੋਂ ਉਹਨਾਂ ਦਾ ਕੋਈ ਹੋਰ ਰੂਪ ਹੈ, ਨੇੜਿਓਂ ਕੁਝ ਹੋਰ ਰੂਪ ਹੈ। ਤੇ ਜਦੋਂ ਮੈਂ ਬਾਅਦ ਚੋਂ ਆਪਣਾ ਪਰਸ ਚੈੱਕ ਕੀਤਾ, ਮੇਰਾ ਪਰਸ ਚੋਰੀ ਹੋ ਗਿਆ। ਤੇ ਇਹ ਜਦੋਂ ਮੈਂ ਬਾਅਦ ਚੋਂ ਇਹ ਗੱਲ ਸੋਚਦਾ ਤੇ ਮੈਨੂੰ ਪਤਾ ਲੱਗਿਆ ਇਹ ਵੀ ਮੇਰੀ ਪ੍ਰੀਖਿਆ ਲਿੱਤੀ ਗਈ ਕਿ ਇਹ ਬੋਲਦਾ ਕੀ ਹੈ, ਕਿ ਇਹ ਨੈਗੇਟਿਵ ਬੋਲਦਾ ਜਾਂ ਪੋਜ਼ਿਟਿਵ ਬੋਲਦਾ। ਮੈਂ ਉਸੇ ਵਕਤ ਆਪਣੀ ਅੱਖਾਂ ਬੰਦ ਕਰਕੇ ਗੁਰੂ ਮਹਾਰਾਜ ਜੀ ਨੂੰ ਅਰਦਾਸ ਕੀਤੀ, ਮਹਾਰਾਜ ਜੀ ਹੋ ਸਕਦਾ ਕਿਸੇ ਦਾ ਭਲਾ ਤੁਸੀਂ ਕਰਾਉਣਾ ਹੋਵੇ, ਥੋੜੇ ਜਿਹੇ ਪੈਸੇ ਸੀਗੇ, ਕੋਈ ਗੱਲ ਨਹੀਂ, ਜੋ ਤੁਸੀਂ ਕੀਤਾ ਚੰਗਾ ਕੀਤਾ, ਜੋ ਰੱਬ ਕਰਦਾ ਠੀਕ ਕਰਦਾ। ਤੇ ਤੁਸੀਂ ਯਕੀਨ ਨਹੀਂ ਮੰਨੋਗੇ, ਉਸੇ ਦਿਨ ਮੈਨੂੰ ਰਾਤ ਨੂੰ ਇਹ ਵੀ ਫੋਨ ਆ ਗਿਆ ਕਿ ਤੁਹਾਡਾ ਪਰਸ ਮਿਲ ਗਿਆ। ਤਾਂ ਉਹ ਪਰਸ ਮੇਰੇ ਘਰੇ ਪਹੁੰਚਿਆ ਜੀ। ਇਹ ਕਿਰਪਾ ਸਾਡੇ ਮਹਾਰਾਜ ਜੀ ਦੀ, ਸਾਡੀ ਪਹਿਲੀ ਕਿਰਪਾ ਤੁਹਾਡੇ ਤੇ ਇਹ ਹੋ ਗਈ ਕਿ ਤੁਸੀਂ ਜਿਵੇਂ ਗੁਰੂ ਨੂੰ ਮੰਨਦਾ ਨਹੀਂ ਸੀਗਾ, ਗੁਰੂ ਨੂੰ ਕਦੀ ਦੇਖਿਆ ਨਹੀਂ, ਰਾਹ ਤੇ ਕਦੀ ਚੱਲਿਆ ਨਹੀਂ, ਉਹਨੇ ਗੁਰੂ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਦੂਜਾ ਜੋ ਤੁਹਾਡੇ ਸਵਾਲ ਸੀਗੇ, ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸਾਰੇ ਸਤਸੰਗ ਦੇ ਅੰਦਰ। ਤੇ ਤੀਜਾ ਤੁਹਾਡਾ ਪਰੀਖਿਆ, ਤੁਸੀਂ ਖੁਦ ਕਹਿ ਰਹੇ ਹੋ ਤੁਹਾਡੀ ਪਰੀਖਿਆ ਦਾ ਟਾਈਮ ਹੈ, ਕਿਉਂਕਿ ਉਹ ਜਿਹੜਾ ਦਰਬਾਰ ਹੈ ਨਾ, ਬਟਾਲਾ ਦਰਬਾਰ ਸਾਹਿਬ, ਲੋਨੀ ਦਰਬਾਰ ਸਾਹਿਬ, ਕੋਈ ਚੀਜ਼ ਚੋਰੀ ਨਹੀਂ ਹੁੰਦੀ ਹੈ ਉੱਥੇ ਤੇ ਮਹਾਰਾਜ ਦੀ ਇੰਨੀ ਕਿਰਪਾ ਰਹਿਮਤ ਆ ਕਿ ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਬੁਰੇ ਖਿਆਲ ਲਿਆਉਣਾ ਦਿਮਾਗ ਵਿੱਚ। ਉਹ ਤਾਂ ਬਹੁਤ ਉੱਚਾ ਦਰਬਾਰ ਹੈ, ਕਹਿੰਦੇ ਹੋਏ ਵੀ ਅਸੀਂ 10 ਵਾਰੀ ਡਰਨੇ ਆ ਕਿ ਸਾਡੇ ਕੋਲ ਸਾਡੇ ਕੋਲ ਕੋਈ ਗਲਤ ਸ਼ਬਦ ਨਾ ਨਿਕਲ ਜਾਏ। ਤੇ ਉਹ ਤਾਂ ਇੰਨਾ ਉੱਚਾ ਦਰਬਾਰ ਹੈ। ਤੇ ਉਹ ਤੁਹਾਡਾ ਪਰੀਖਿਆ ਦਾ ਟਾਈਮ ਸੀਗਾ, ਤੁਹਾਡਾ ਪਰਸ ਤੁਹਾਨੂੰ ਨਹੀਂ ਮਿਲਦਾ, ਖੋ ਜਾਂਦਾ ਹੈ, ਥੋੜੇ ਜਿਹੇ ਤੁਸੀਂ ਪੈਸੇ ਤੁਸੀਂ ਅੱਗੋਂ ਦੀ ਇਹ ਕਿਹਾ ਜੋ ਤੁਸੀਂ ਕਰਦੇ ਹੋ ਗੁਰੂ ਸਾਹਿਬ ਜੀ ਠੀਕ ਕਰਦੇ ਹੋ, ਔਰ ਉਹ ਤੁਹਾਡਾ ਪਰਸ ਤੁਹਾਨੂੰ ਘਰ ਆ ਕੇ ਮਿਲਦਾ। ਨਹੀਂ ਤੇ ਅੱਜ ਕੱਲ ਦੇ ਜ਼ਮਾਨੇ ਅਗਰ ਇੱਕ ਚੀਜ਼ ਤੁਹਾਡੀ ਖੋ ਜਾਂਦੀ ਹੈ, ਭਾਵੇਂ ਵਿੱਚ 100 ਰੁਪਏ ਹੋਵਣ, 500 ਰੁਪਏ, ਕੋਈ ਤੁਹਾਨੂੰ ਘਰ ਆ ਕੇ ਦਿੰਦਾ ਨਹੀਂ ਹੈ। ਇਹ ਗੁਰੂ ਨੇ ਕਿਰਪਾ ਰਹਿਮਤ ਕੀਤੀ, ਤੁਹਾਨੂੰ ਦਿਖਾਇਆ ਕਿ ਗੁਰੂ ਜਿਸ ਦਰਬਾਰ ਤੇ ਤੁਸੀਂ ਆਏ ਹੋ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ, ਤੁਸੀਂ ਉਹ ਗੁਰੂ ਸਾਹਿਬ ਜੀ ਦੀ ਮਰਜ਼ੀ ਨਾਲ ਆਏ ਹੋ। ਤੇ ਕੀ ਹੋਇਆ ਕਿ ਤੁਸੀਂ ਜੋ ਹੈ ਤੁਹਾਨੂੰ ਪਰਸ ਤੁਹਾਡਾ ਘਰ ਮਿਲ ਜਾਂਦਾ ਹੈ। ਤੁਸੀਂ ਟੈਸਟ, ਤੁਹਾਡਾ ਟੈਸਟ ਸੀ, ਗੁਰੂ ਸਾਹਿਬ ਨੇ ਤੁਹਾਨੂੰ ਤੁਸੀਂ ਟੈਸਟ, ਉਹਨਾਂ ਦੀ ਕਿਰਪਾ ਹੁੰਦੀ ਤਾਂ ਹੀ ਅਸੀਂ ਟੈਸਟ ਪਾਸ ਕਰਨੇ, ਅਸੀਂ ਇਸ ਤਰ੍ਹਾਂ ਪਾਸ ਨਹੀਂ ਕਰ ਸਕਦੇ ਟੈਸਟ। ਤੁਸੀਂ ਪਾਸ ਕੀਤਾ ਟੈਸਟ ਔਰ ਪਰਸ ਵੀ ਤੁਹਾਡੇ ਘਰ ਆ ਕੇ ਮਿਲ ਗਿਆ ਤੁਹਾਨੂੰ। ਵੈਸੇ ਤਾਂ ਅਸੀਂ ਗੁਰੂ ਸਾਡੀ ਕਦੀ ਪ੍ਰੀਖਿਆ ਲਵੇ ਨਾ ਤੇ ਅਸੀਂ ਇੰਨੇ ਕਾਬਿਲ ਨਹੀਂ ਕਿ ਪਾਸ ਹੋ ਸਕੀਏ। ਬਿਲਕੁਲ, ਅਸੀਂ ਹੈ ਹੀ ਨਹੀਂ ਕਾਬਿਲ। ਤਾਂ ਹੀ ਤੇ ਮੈਂ ਕਹਿਣੀ ਹਾਂ, ਗੁਰੂ ਅਗਰ ਚਾਹੇ ਤੇ ਤਾਂ ਹੀ ਸਾਨੂੰ ਜੋ ਹੈ ਅਸੀਂ ਪਾਸ ਕਰ ਸਕਦੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਪਾਸ ਨਹੀਂ ਕਰ ਸਕਦੇ। ਦੂਸਰਾ, ਜਿਵੇਂ ਤੁਸੀਂ ਸ਼ੁਰੂਆਤ ਵਿੱਚ ਕਿਹਾ ਕਿ ਅਗਰ ਅਸੀਂ ਤਾਂ ਹੀ ਜਾਣਦੇ ਹਾਂ ਗੁਰੂ ਸਾਹਿਬ ਕੋਲੋਂ ਜੇ ਉਹਨਾਂ ਦੀ ਕਿਰਪਾ ਰਹਿਮਤ ਹੋਏ ਤੇ। ਉਸ ਦਰਬਾਰ ਤੇ ਕਿਹਾ ਜਾਂਦਾ ਹੈ, ਉਸ ਦਰਬਾਰ ਤੇ ਕੋਈ ਵੀ ਉਹਨਾਂ ਦੀ ਮਰਜ਼ੀ ਦੇ ਬਿਨਾਂ ਪੈਰ ਨਹੀਂ ਰੱਖ ਸਕਦਾ, ਇਹ ਯਾਦ ਰੱਖਣਾ ਜੀ, ਠੀਕ ਹੈ। ਜੇ ਤੁਹਾਨੂੰ ਬੁਲਾਇਆ ਗਿਆ, ਤੁਸੀਂ ਉਹਨਾਂ ਦੀ ਕੋਈ ਰੂਹ ਸੀਗੇ, ਫਿਰ ਤੁਸੀਂ ਜਦੋਂ ਜਾਂਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਦੇਖੋ, ਇਹ ਸ਼ਰਤਾਂ ਨਹੀਂ ਕਹਿ ਸਕਦੇ ਅਸੀਂ, ਕਿਉਂਕਿ ਜਦੋਂ ਅਸੀਂ ਕੋਸ਼ਿਸ਼ ਕਰੀਦਾ ਕਿ ਜਦੋਂ ਤੁਸੀਂ ਗੁਰੂ ਸਾਹਿਬ ਦੀ ਸਾਈਡ ਇਸ ਸਾਈਡ ਲੱਗਦੇ ਹੋ ਨਾ, ਤੇ ਗੁਰੂ ਸਾਹਿਬ ਜੀ ਦੀ ਪੂਰੀ ਕੋਸ਼ਿਸ਼ ਹੁੰਦੀ ਸਾਰੇ ਸੇਵਾਦਾਰਾਂ ਦੀ ਕਿ ਆਪ ਜੀ ਹਾਜ਼ਰੀ ਦਿਓ। ਇਹ ਨਹੀਂ ਕਿ ਤੁਹਾਨੂੰ ਕੰਪਲਸਰੀ ਉੱਥੇ ਆਣਾ ਪੈਣਾ, ਇਹਦਾ ਮਤਲਬ ਹੁੰਦਾ ਹਾਜ਼ਰੀ ਦਿਓ। ਹਾਜ਼ਰੀ ਕਿਉਂ ਦਿਓ? ਕਿ ਜੋ ਅਸੀਂ ਭਟਕੇ ਹੋਏ ਜੀਵ ਹੈਗੇ ਆ, ਠੀਕ ਹੈ, ਸਾਨੂੰ ਇੱਕ ਰਾਹ ਮਿਲ ਗਈ, ਚੰਗੀ ਰਾਹ। ਹੁਣ ਤੁਸੀਂ ਮੈਨੂੰ ਦੱਸ ਦਿਓ, ਤੁਹਾਡੀ ਜ਼ਿੰਦਗੀ ਤੁਸੀਂ ਕੰਪੇਅਰ ਕਰੋ ਪੁਰਾਣੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ, 5 ਮਹੀਨੇ ਚ ਤੁਹਾਡੇ ਕਿੰਨੇ ਦੇ ਕਿੰਨੇ ਤੁਹਾਨੂੰ ਕਿਹੜੀ ਜ਼ਿੰਦਗੀ ਚੰਗੀ ਲੱਗਦੀ ਹੈ? ਇਹ ਜ਼ਿੰਦਗੀ ਚੰਗੀ ਲੱਗਦੀ ਹੈ ਗੁਰੂ ਮਿਲਣ ਤੋਂ ਬਾਅਦ ਦੀ ਜਾਂ ਗੁਰੂ ਤੋਂ ਪਹਿਲੇ ਦੀ ਜ਼ਿੰਦਗੀ? ਤੁਸੀਂ ਖੁਦ ਕੰਪੇਅਰ ਕਰਕੇ ਸੋਚ ਲਓ, ਮੈਨੂੰ ਦੱਸ ਦਿਓ ਤੁਸੀਂ। ਇਹ ਵਾਲੀ ਜ਼ਿੰਦਗੀ ਸਾਡੇ ਲਈ ਬੈਸਟ ਹੈ ਜੀ। ਸਾਡੀ ਜ਼ਿੰਦਗੀ ਇਦਾਂ ਪਲਟ ਉਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਹਾਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਆਉਣਾ ਪੈਣਾ ਇੱਥੇ ਉਹ ਇੱਕ ਕੰਪਲਸਰੀ ਨਹੀਂ ਸੀ। ਇੱਕ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਚੰਗੀ ਰਾਹ ਤੇ ਲੱਗੋ, ਠੀਕ ਹੈ ਜੀ, ਕਿ ਤੁਸੀਂ ਆਈ ਜਾਓਗੇ, ਤੁਹਾਡਾ ਆਪਣੇ ਆਪ ਹੀ ਮਨ ਸ਼ੁੱਧ ਹੋਏਗਾ, ਤੁਸੀਂ ਗੁਰੂ ਸਾਈਡ ਲੱਗੋਗੇ, ਤੁਹਾਡੇ ਚੰਗੇ ਥੋਟਸ ਆਵਾਂਗੇ ਤੇ ਤੁਹਾਡੇ ਜਿਹੜੇ ਹੈ ਕਿਰਪਾ ਰਹਿਮਤ ਤੁਹਾਡੇ ਤੇ ਆਪੇ ਆਪ ਹੁੰਦੀ ਜਾਏਗੀ। ਸੋ ਇਹ ਪਹਿਲੇ ਕਿਰਪਾ ਤੁਸੀਂ ਜਦੋਂ ਗਏ ਸੀ ਤੇ ਫਲ ਪਵਾਉਣ ਗਏ ਜੋ ਤੁਹਾਡਾ ਹੋਇਆ, ਤੇ ਚਲੋ ਤੁਹਾਡੇ ਬੜੀ ਪਰੇਡ ਤੇ ਟੈਸਟ ਹੋਏ, ਤੁਸੀਂ ਬੜੇ ਤੁਹਾਡੇ ਤੇ ਮਹਾਰਾਜ ਨੇ ਤੁਹਾਨੂੰ ਪਾਸ ਕਰਵਾਇਆ ਟੈਸਟਾਂ ਦੇ ਅੰਦਰ, ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਫਲ ਪਵਾਉਣ ਗਏ ਤੇ ਫਿਰ ਕੀ ਹੋਇਆ ਦੱਸੋ ਸਾਨੂੰ। ਜਦੋਂ ਅਸੀਂ 7 ਤਾਰੀਖ ਨੂੰ ਗਏ ਨਾ, ਉੱਥੇ ਲਾਸਟ ਜਦੋਂ ਸਤਸੰਗ ਮਤਲਬ ਮਹਾਰਾਜ ਜੀ ਨੇ ਖਤਮ ਕੀਤਾ ਜੀ, तो महाराज जी लास्ट उदो शब्द यही गा रहे सीगे, ऐसी लाल तुझ बिन कौन करे। ਅਸੀਂ ਆਰਾਮ ਨਾਲ ਲੰਗਰ ਖਾਦਾ, ਲੰਗਰ ਖਾ ਕੇ ਆਏ, ਲੰਗਰ ਖਾ ਕੇ ਜਦੋਂ ਉਹਨਾਂ ਨੇ ਕਿਹਾ ਫਟਾਫਟ ਆਓ ਝੋਲੀ ਫਲ ਮਾਰਾ,
ਮਹਾਰਾਜ ਜੀ ਨੇ ਜਦੋਂ ਹੀ ਐਂਟਰੀ ਕੀਤੀ ਉੱਥੇ, ਮਹਾਰਾਜ ਤਿਲੋਚਨ ਦਾਸ ਜੀ ਨੇ, ਸਾਡਾ ਦੋਨਾਂ ਦਾ ਅੱਖਾਂ ਦੇਖੋ ਐਕਸਪੀਰੀਅੰਸ ਹੈ। ਅਸੀਂ ਮਹਾਰਾਜ ਜੀ ਨੂੰ ਹਵਾ ਦੇ ਵਿੱਚ ਚੱਲਦੇ ਹੋਏ ਦੇਖਿਆ, ਹਵਾ 'ਚ ਚੱਲਦੇ ਹੋਏ ਉਹਨਾਂ ਨੂੰ ਦੇਖਿਆ। ਉਹਨਾਂ ਦੇ ਕਦਮ ਧਰਤੀ ਦੇ ਨਾਲ ਨਹੀਂ ਸੀਗੇ, ਧਰਤੀ ਦੇ ਨਹੀਂ ਸੀਗੇ, ਔਰ ਉਹ ਇੰਨੀ ਮਤਲਬ ਉੱਪਰ ਸੀਗੇ, ਏਦਾਂ ਹੀ ਜਾ ਰਹੇ ਆ। ਔਰ ਮੈਂ ਇਹ ਦੇਖ ਕੇ ਮੇਰੀਆਂ ਅੱਖਾਂ ਰੋਣ ਤੋਂ ਬੰਦ ਹੀ ਨਹੀਂ ਹੋ ਰਹੀਆਂ ਸੀ। ਮੈਂ ਸੋਚਾਂ ਕਿ ਪਰਮਾਤਮਾ ਸਾਖਸ਼ਾਤ ਮੇਰੇ ਕੋਲ ਸੀ, ਮੈਂ ਇੰਨੇ ਸਾਲਾਂ ਤੋਂ ਹੈ ਕਿੱਥੇ ਸੀ। ਮੈਂ ਸਵੈਮ ਉਹਨਾਂ ਨੂੰ ਏਦਾਂ ਦੇਖਿਆ, ਔਰ ਉਹਨਾਂ ਦੀ ਇੰਨੀ ਕਿਰਪਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਕਿ ਮਹਾਰਾਜ ਜੀ ਜਦੋਂ ਝੋਲੀ, ਤੁਸੀਂ ਐਗਜ਼ਾਮਪਲ ਦੱਸਿਆ ਨਾ ਕਿ ਤੁਸੀਂ ਦੇਖਿਆ ਕਿ ਗੁਰੂ ਸਾਹਿਬ ਜੀ ਦੇ ਚਰਨ ਇੱਥੇ ਸੀਗੇ ਤੇ ਥੱਲੇ ਜਿਵੇਂ ਹਵਾ ਚ ਚੱਲਦੇ, ਥੱਲੇ ਜ਼ਮੀਨ ਨਾਲ ਪੈਰ ਨਹੀਂ ਲੱਗ ਰਹੇ ਸੀਗੇ। ਇਹਦੇ ਵਾਸਤੇ ਤੁਸੀਂ ਹਾਲੀ ਨਵੇਂ ਜੀਓ ਤੇ ਤੁਹਾਨੂੰ ਦੱਸਾਂ ਕਿ ਕਹਿੰਦੇ ਸਤਿਗੁਰੂ ਮਹਾਦਰਸ਼ਨ ਦਾਸ ਜੀ, ਮੈਂ ਤੇ ਇੱਥੇ ਹੀ ਸੁਣਿਆ ਸਾਰਾ ਯੂਕੇ ਦੀ ਸੰਗਤ ਕੋਲੋਂ ਕਿ ਸਤਿਗੁਰੂ ਮਹਾਦਰਸ਼ਨ ਦਾਸ ਜਦੋਂ ਚੱਲਦੇ ਸੀ ਨਾ ਤੇ ਉਹਨਾਂ ਦੇ ਵੀ ਪੈਰ ਧਰਤੀ ਤੇ ਨਹੀਂ ਹੁੰਦੇ ਸੀਗੇ। ਤੁਸੀਂ ਕਦੇ ਦੇਖਿਆ ਉਹਨਾਂ ਨੇ ਵਾਈਟ ਕੱਪੜੇ ਪਾਏ ਹੁੰਦੇ, ਸਤਿਗੁਰੂ ਮਹਾਦਰਸ਼ਨ ਦਾਸ ਜੀ ਨੇ ਵੀ ਵਾਈਟ ਯੂਨੀਫਾਰਮ ਪਾਣੀ ਤੇ ਗੁਰੂ ਮਹਾਰਾਜ ਜੀ ਤਿਲੋਚਨ ਦਰਸ਼ਨ ਦਾਸ ਜੀ ਵਾਈਟ ਯੂਨੀਫਾਰਮ ਪਾਉਂਦੇ ਆ ਤੇ ਉਹਨਾਂ ਦੀ ਕਦੀ ਤੁਸੀਂ ਦੇਖਿਆ ਅਸੀਂ ਜਰਾ ਜਾ ਇੱਕ ਵਾਈਟ ਸੂਟ ਉੱਪਰ ਤੱਕ ਸਾਰਾ ਥੱਲੇ ਤੱਕ ਸਾਰਾ ਗੰਦਾ ਹੋ ਜਾਏਗਾ ਉੱਪਰ ਥੱਲੇ ਤੱਕ, ਲੱਖਾਂ ਸੰਗਤ ਨੂੰ ਮਿਲਦੇ ਆ, ਜੱਫੀਆਂ ਪਾਉਂਦੇ ਆ, 100 ਤਰ੍ਹਾਂ ਦੇ ਕੰਮ ਹੁੰਦੇ ਆ, ਆਂਦੀ ਹੈ ਸੰਗਤ ਜਾਂਦੀ ਹੈ, ਸਭ ਕੁਝ ਹੁੰਦਾ ਹੈ, ਲੇਕਿਨ ਉਹਨਾਂ ਦੇ ਕਦੀ ਵੀ ਕੱਪੜੇ ਤੁਸੀਂ ਕਦੀ ਗੰਦੇ ਦੇਖੇ ਆ? ਔਰ ਅਗਰ ਉਹ ਚੱਲਦੇ ਹੈ ਪੈਰਾਂ ਨਾਲ, ਸੋਚੋ ਤੁਸੀਂ ਪੈਰਾਂ ਨਾਲ ਚੱਪਲ ਪਾ ਕੇ ਜੋ ਚੱਲਦੇ ਆ ਉਹਨਾਂ ਦੇ ਹੁੰਦੇ ਆ, ਉਹਦੇ ਚ ਤੁਸੀਂ ਕਦੀ ਦੇਖਿਆ ਕਿ ਦਾਗ ਵੀ ਲੱਗਿਆ ਹੁੰਦਾ ਹੈ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਸੀਂ ਕਿਹਾ ਤਾਂ ਮੇਰੇ ਅੱਖਾਂ 'ਚ ਇੱਕਦਮ ਆਂਸੂ ਵੀ ਆ ਰਹੇ, ਮੇਰੇ ਰੋਂਗਟੇ ਖੜੇ ਹੋ ਰਹੇ ਆ ਕਿ ਤੁਸੀਂ ਜੋ ਐਕਸਪੀਰੀਅੰਸ ਕੀਤਾ, ਤੁਸੀਂ ਕਿੰਨੇ ਕਿਸਮਤ ਵਾਲੇ ਜੀ ਸੀ ਜੋ ਤੁਹਾਨੂੰ ਮਾਰੇ ਨੇ ਦਿਖਾਇਆ। ਅਸੀਂ ਇੰਨੇ ਸਾਲਾਂ ਤੋਂ ਜੁੜੀ ਹੋਈ ਹਾਂ, ਮੈਂ ਨਹੀਂ ਐਕਸਪੀਰੀਅੰਸ ਕੀਤਾ, ਮੈਂ ਝੂਠ ਨਹੀਂ ਬੋਲਦੀ, ਮੈਂ ਸੁਣਿਆ ਜ਼ਰੂਰ ਹੈ। ਸਤਿਗੁਰੂ ਮਹਾ ਸੰਗਤ ਜਿਹੜੀ ਉਹਨਾਂ ਦੀ ਪਿਆਰੀ ਪਿਆਰੀ ਸੰਗਤ ਹੈ ਯੂਕੇ ਦੇ ਅੰਦਰ, ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਇਹ ਸਭ ਚੀਜ਼ਾਂ ਦੇਖੀਆਂ ਕਿ ਸਤਿਗੁਰੂ ਮਹਾਦਰਸ਼ਨ ਦਾਸ ਜੀ ਕਦੀ ਵੀ ਜ਼ਮੀਨ ਤੇ ਪੈਰ ਨਹੀਂ ਰੱਖਦੇ ਹੁੰਦੇ ਸੀ। ਔਰ ਅੱਜ ਆਪ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਤਿਲੋਚਨ ਦਰਸ਼ਨ ਦਾਸ ਜੀ ਦੇ ਆਪਣੇ ਜਿਹੜੇ ਦਰਸ਼ਨ ਕੀਤੇ ਚਲਦੇ ਹੋਏ, ਉਹ ਆਪ ਜੀ ਨੂੰ ਉਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਸੀਗੇ। ਤੇ ਤੁਸੀਂ ਕਿੰਨੇ ਵਡਭਾਗੀ ਜੀਵ ਹੋ ਕਿ ਪਹਿਲੀ ਵਾਰ ਤੁਸੀਂ ਜਾਂਦੇ ਹੋ ਔਰ ਪਹਿਲੀ ਵਾਰੀ ਤੁਹਾਡੇ ਤੇ ਇੰਨੀ ਕਿਰਪਾ ਹੁੰਦੀ ਹੈ ਕਿ ਆਪ ਜੀ ਕਿੰਨਾ ਕੁਝ ਦੇਖ ਕੇ ਆ ਜਾਂਦੇ ਹੋ ਉੱਥੇ। ਐਕਚੁਅਲੀ ਉਹ ਜਦੋਂ ਆਏ ਨਾ ਤਾਂ ਅਸੀਂ ਪਹਿਲੇ ਤਾਂ ਐਕਸਪੀਰੀਅੰਸ ਕੀਤਾ ਕਿ ਉਹ ਹਵਾ 'ਚ ਹੀ ਚੱਲ ਰਹੇ ਨੇ, ਉਹ ਕਦੋਂ ਗੇੜਾ ਕੱਢ ਕੇ ਏਦਾਂ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ। ਔਰ ਇਹ ਵੀ ਹੈਰਾਨ ਵੀ ਹੋ ਕੀ ਰਿਹਾ ਆ। ਫਿਰ ਮੈਂ ਮਹਾਰਾਜ ਜਦੋਂ ਆਏ ਉਹਨਾਂ ਨੇ ਝੋਲੀ ਫਲ ਦਿੱਤਾ, ਮੈਨੂੰ ਤਾਂ ਹੋਸ਼ ਹੀ ਨਹੀਂ ਸੀ, ਮੈਂ ਰੋ ਰਹੀ ਸੀ ਬਹੁਤ ਜ਼ਿਆਦਾ। ਤੋ ਮੈਂ ਮਹਾਰਾਜ ਜੀ ਇੱਧਰ ਨੂੰ ਜਾਣ ਲੱਗੀ, ਮੈਂ ਕਿਹਾ ਮਹਾਰਾਜ ਜੀ 1 ਮਿੰਟ। ਮਹਾਰਾਜ ਜੀ ਰੁਕੇ, ਕਹਿੰਦੇ ਹਾਂਜੀ। ਮੈਂ ਉਹਨਾਂ ਦੇ ਚਰਨ ਪਕੜ ਕੇ ਉਹਦੇ ਤੇ ਸਿਰ ਰੱਖ ਕੇ ਰੋਣਾ ਸ਼ੁਰੂ ਕਰਤਾ। ਔਰ ਮੈਂ ਇਹੀ ਗੱਲ ਕਹੀ ਕਿ ਲੈਣ ਤਾਂ ਮੈਂ ਬੱਚਾ ਆਈ ਸੀ, ਪਰ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਇੱਥੇ ਆ ਕੇ ਸਭ ਕੁਝ ਹੀ ਭੁੱਲ ਜਾਣਾ। ਤੁਸੀਂ ਜੋ ਦੇਣਾ ਦੇ ਦਿਓ, ਤੁਹਾਡੀ ਇੱਛਾ ਵਾ, ਜੋ ਨਹੀਂ ਦੇਣਾ ਨਾ ਦਿਓ, ਬਸ ਹੁਣ ਤੁਸੀਂ ਆਪ ਦੇ ਦਿਓ, ਤੁਹਾਨੂੰ ਸਮਰਪਿਤ ਕਰਤਾ ਅੱਜ ਤੋਂ ਮੈਂ ਸਾਰਾ ਕੁਝ। ਬਸ ਤੁਸੀਂ ਦੇਖੋ ਅਸੀਂ ਘਰ ਆ ਗਏ, ਵਾਪਸ ਘਰ ਆਏ, ਸਾਨੂੰ ਰਾਤ ਨੂੰ 10 ਵਜੇ ਕਾਲ ਆਉਂਦੀ ਹੈ ਵੀ ਤੁਹਾਡਾ ਪਰਸ ਮਿਲ ਗਿਆ, ਔਰ ਉਹਦੇ 'ਚ ਸਾਰਾ ਕੁਝ ਉਦਾਂ ਹੀ ਪਿਆ ਸੀਗਾ। ਨਾਲੇ ਤੁਹਾਨੂੰ ਜੋ ਹੈ ਉੱਥੇ ਫਲਦਾਨ ਤੁਹਾਨੂੰ ਮਿਲ ਗਿਆ ਉੱਥੇ, ਤੇ ਉਸ ਤੋਂ ਬਾਅਦ ਤੇ ਤੁਸੀਂ ਜਦੋਂ ਤੁਹਾਨੂੰ ਫਲਦਾਨ ਮਿਲਿਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਕਿਰਪਾ ਹੋਈ ਉਹ ਫਿਰ ਤੁਹਾਨੂੰ ਹੁਣ ਜਿਵੇਂ ਤੁਸੀਂ ਕਹਿੰਦੇ ਕਿਰਪਾ। ਹਾਂਜੀ, ਅਸੀਂ ਐਕਚੁਅਲੀ ਅਸੀਂ 7th ਨੂੰ ਗਏ ਸੀ ਨਾ, ਤੋਂ ਦਸੰਬਰ ਨੂੰ ਲਾਸਟ ਗਏ ਸੀ। ਤੇ ਉਸ ਤੋਂ ਬਾਅਦ ਆਪਾਂ ਗਏ ਆ, ਉਸ ਤੋਂ ਬਾਅਦ ਲੋਨੀ ਦੇ ਵਿੱਚ ਸਤਸੰਗ ਸੀਗਾ 12 ਦਸੰਬਰ ਨੂੰ। 12 ਨੂੰ ਅਸੀਂ ਗਏ ਆ ਤੇ 12 ਫਰਵਰੀ ਦਾ ਹੋਏਗਾ, ਲੋਨੀ 'ਚ ਫਰਵਰੀ ਦਾ ਹੋਣਾ। ਅੱਛਾ 12 ਦਸੰਬਰ ਅਮਾਵਸ ਦਾ। ਦਸੰਬਰ, ਹਾਂਜੀ ਦਸੰਬਰ। ਠੀਕ ਹੈ ਜੀ, ਠੀਕ ਹੈ। ਮੈਂ ਉਸ ਦਿਨ ਸੈਕਿੰਡ ਟਾਈਮ ਗਈ ਸੀ ਉੱਥੇ ਲੋਨੀ ਫਸਟ ਟਾਈਮ ਗਏ ਸੀਗੇ, ਔਰ ਮੈਂ ਸੈਕਿੰਡ ਟਾਈਮ ਮਹਾਰਾਜ ਨੂੰ ਉਦੋਂ ਹੀ ਮਿਲੀ ਸੀਗੀ। ਔਰ ਅਸੀਂ ਉੱਥੇ ਗਏ ਆ, ਮੈਂ ਇਸ਼ਨਾਨ ਵੀ ਕੀਤਾ ਉੱਥੇ ਸਰੋਵਰ 'ਚ। ਸਰੋਵਰ 'ਚ ਹਾਂਜੀ ਇਸ਼ਨਾਨ ਕੀਤਾ, ਫਿਰ ਮਹਾਰਾਜ ਜੀ ਦੇ ਅੰਦਰ ਉੱਥੇ ਸੱਚਖੰਡ ਧਾਮ ਦੇ ਅੰਦਰ ਗਏ, ਮੱਥਾ ਟੇਕਿਆ, ਬਹੁਤ ਅੱਛਾ ਲੱਗਿਆ ਉੱਥੇ ਵੀ ਜਾ ਕੇ। ਤੋ ਉਸ ਤੋਂ ਬਾਅਦ ਸਾਡਾ ਇਹ ਮੈਨੂੰ ਕਹਿੰਦੇ ਆ ਕੇ ਚੱਲ ਅੰਦਰ ਚੱਲੀਏ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੈਂ ਸਲੀਪ ਲੈ ਕੇ ਆਇਆ ਹਾਂ, ਆਪਾਂ ਨਾਮਦਾਨ ਲੈ ਲਈਏ। ਅੱਛਾ, ਮੈਂ ਕਿਹਾ ਨਾਮਦਾਨ? ਮੈਂ ਕਿਹਾ ਮੈਨੂੰ ਪੁੱਛਿਆ ਵੀ ਨਹੀਂ, ਤੁਸੀਂ ਨਾਮਦਾਨ ਦੀ ਸਲੀਪ ਵੀ ਲੈ ਕੇ ਆ ਗਏ। ਕਹਿੰਦੇ ਚਲੋ ਆਓ ਚੱਲੀਏ। ਅਸੀਂ ਅੰਦਰ ਗਏ, ਉੱਥੇ ਵੀ ਬੈਠੇ, ਮਹਾਰਾਜ ਜੀ ਨੂੰ ਇੰਨਾ ਕਲੋਜ਼ ਤੋਂ ਦੇਖਿਆ, ਮਨ ਇੰਨਾ ਪ੍ਰਫੁੱਲਿਤ ਹੋ ਗਿਆ, ਉਹਨਾਂ ਨੂੰ ਦੇਖ ਕੇ ਇੰਨੀ એનર્ਜੀ ਪੋਜ਼ਿਟਿਵ ਆ ਗਈ ਨਾ। ਫਿਰ ਆਂਸੂ ਨਾ ਬੰਦ ਹੋਣ ਉਹਨਾਂ ਨੂੰ ਦੇਖ ਕੇ, ਆਂਸੂ ਟਿਪ 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 ਟਿਪ। ਮਹਾਰਾਜ ਜੀ ਨੇ ਮੈਨੂੰ ਦੇਖਿਆ ਵੀ, ਤੋਂ ਉਸ ਤੋਂ ਬਾਅਦ ਉਹ ਜਾਣ ਲੱਗੇ। ਇਹਨਾਂ ਨੇ ਮਹਾਰਾਜ ਜੀ ਨੂੰ ਕਿਹਾ, ਮੈਂ ਮਹਾਰਾਜ ਜੀ ਨੂੰ ਪੁਕਾਰਿਆ, ਮਹਾਰਾਜ ਜੀ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਦੱਸੋ ਬੇਟਾ। ਮੈਂ ਫਿਰ ਉਹਨਾਂ ਦੇ ਚਰਨਾਂ 'ਚ ਦੇਖ ਕੇ ਮੈਂ ਕਿਹਾ ਮਹਾਰਾਜ ਜੀ ਮੇਰੀਆਂ ਬਾਹਾਂ ਫੜ ਲਓ, ਤੇ ਉਹਨਾਂ ਨੇ ਮੈਨੂੰ ਗਲੇ ਹੀ ਲਾ ਲਿਆ। ਮੈਨੂੰ ਅਹਿਸਾਸ ਹਾਲੇ ਤੱਕ ਮਤਲਬ ਮੇਰੇ ਗੂਜ਼ਬੰਪਸ ਹੋ ਜਾਂਦੇ ਆ ਉਹ ਸੋਚ ਕੇ। ਤੇ ਮਹਾਰਾਜ ਜੀ ਨੇ ਸਾਨੂੰ ਫਿਰ ਉਸ ਵਕਤ ਉਹਨਾਂ ਨੂੰ ਯਾਦ ਸੀ, ਇਹ ਬਟਾਲੇ ਆਏ ਸੀਗੇ, ਉਹਨਾਂ ਨੇ ਸਾਨੂੰ ਫਿਰ ਆਸ਼ੀਰਵਾਦ ਦਿੱਤਾ ਕਿ ਤੁਸੀਂ ਤੁਹਾਡੇ ਤੇ ਕਿਰਪਾ ਹੋਣੀ ਹੈ, ਰੱਬ ਤੁਹਾਡੇ ਰੱਬ ਝੋਲੀ ਭਰੂਗਾ।
ਅੱਛਾ ਜੀ, ਠੀਕ ਹੈ। ਹਾਂਜੀ, ਫਿਰ ਦਾਸ ਜੀ, ਫਿਰ ਤੁਸੀਂ ਜਦੋਂ ਤੁਹਾਨੂੰ ਫਲਦਾਨ ਪਾਇਆ ਗਿਆ, ਜਦੋਂ ਤੁਸੀਂ ਲੋਨੀ ਦਰਬਾਰ ਆਏ ਤੇ ਆਪ ਜੀ ਨੇ ਕਿਹਾ ਕਿ ਮੈਂ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਜੀ ਮੇਰੀ ਬਾਹ ਫੜ ਲਓ, ਤੇ ਉਹਨਾਂ ਨੇ ਤੁਹਾਨੂੰ ਜੱਫੀ ਪਾਤੀ ਤੇ ਤੁਹਾਨੂੰ ਹਾਲੀ ਵੀ ਉਹ ਫੀਲਿੰਗ ਯਾਦ ਹੈ, ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਸਾਨੂੰ ਦੱਸੋ। ਉਸ ਤੋਂ ਬਾਅਦ ਬਸ ਅਸੀਂ ਫਿਰ ਉੱਥੋਂ ਦੀ ਆਏ, तो ਰਸਤੇ 'ਚ ਮੇਰੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੋ ਗਈ, ਲੋਅਰ ਬੈਕ ਇੱਕ ਕਾਫੀ ਜ਼ਿਆਦਾ ਸੀਗੀ ਮੈਨੂੰ, तो ਬਸ ਅਰਦਾਸ ਕਰਦੇ ਆਏ। ਜਦੋਂ ਘਰ ਆਏ ਥੋੜੇ ਦਿਨ ਪਏ, 12 ਨੂੰ ਗਏ ਸੀ ਨਾ ਅਸੀਂ, ਲਾਸਟ 12 ਨੂੰ ਉਦੋਂ ਗਏ ਸੀ ਦਸੰਬਰ ਨੂੰ, 12 ਦਸੰਬਰ ਤੇ 20th ਨੂੰ ਮੈਂ ਚੈੱਕ ਕੀਤਾ ਤਾਂ ਸਾਨੂੰ ਪਤਾ ਲੱਗਿਆ ਜੀ ਵੀ ਮਹਾਰਾਜ ਜੀ ਨੇ ਕਿਰਪਾ ਕਰਕੇ ਤੁਹਾਡੇ ਘਰ ਦਾਤ ਆ ਗਈ। ਠੀਕ ਹੈ ਜੀ, ਦਸੰਬਰ ਨੂੰ ਤੁਸੀਂ 7 ਦਸੰਬਰ ਨੂੰ ਜਾਂਦੇ ਹੋ, ਪਹਿਲੇ 5 ਦਸੰਬਰ ਨੂੰ 6 ਦਸੰਬਰ ਜਾਂਦੇ ਹੋ, ਸੌਰੀ 5 ਨੂੰ ਜਾਂਦੇ ਹੋ, ਠੀਕ ਹੈ। 7 ਨੂੰ ਤੁਹਾਨੂੰ ਫਲ ਪੈਂਦਾ ਹੈ, ਫਲ ਦਾਨ ਦਿੱਤਾ ਜਾਂਦਾ ਗੁਰੂ ਸਾਹਿਬ ਜੀ ਕੋਲੋਂ। 12 ਦਸੰਬਰ ਨੂੰ ਪਿਛਲੇ ਸਾਲ ਦੀ ਜਿਹੜੀ ਗੱਲ ਹੈ, 12 ਦਸੰਬਰ ਨੂੰ ਆਪ ਜੀ ਲੋਨੀ ਦਰਬਾਰ ਜਾਂਦੇ ਉਹਨਾਂ ਨੂੰ ਮਿਲਣ ਵਾਸਤੇ ਗੁਰੂ ਸਾਹਿਬ ਜੀ ਨੂੰ, ਤੇ ਗੁਰੂ ਸਾਹਿਬ ਜੀ ਤੁਹਾਨੂੰ ਗੁਰੂ ਸਾਹਿਬ ਜੀ ਉੱਥੇ ਕਹਿੰਦੇ ਹੈ, ਤੁਹਾਨੂੰ ਇਹ ਗੱਲ ਬੋਲਦੇ ਹੈ ਕਿ ਤੁਹਾਡੇ ਘਰ ਜਲਦੀ ਹੀ ਰੱਬ ਦੀ ਦਾਤ ਹੋ ਜਾਏਗੀ, ਮਿਲ ਜਾਏਗੀ, ਤੁਹਾਨੂੰ ਦਾਤ ਮਿਲ ਜਾਏਗੀ। ਇਹ ਖੁਦ ਤੁਸੀਂ ਹੁਣੀ ਕਿਹਾ ਵੇ, ਨਾਲੇ ਤੁਸੀਂ ਨਾਮਦਾਨ ਲੈਂਦੇ ਹੋ 12 ਤਰੀਕ ਨੂੰ, ਤੇ ਉਸ ਤੋਂ ਬਾਅਦ ਤੁਸੀਂ 20 ਤਰੀਕ ਨੂੰ ਘਰ ਆਉਂਦੇ ਹੋ, ਔਰ ਜਦੋਂ ਤੁਸੀਂ ਵਾਪਸ ਹੋਈ, ਜਦੋਂ ਵੀ ਤੁਸੀਂ ਟੈਸਟ ਕਰਦੇ ਹੋ ਆਪਣਾ 20 ਤਰੀਕ ਨੂੰ, 20 ਦਸੰਬਰ ਨੂੰ, ਉਸੇ ਮਹੀਨੇ ਦੀ ਗੱਲ ਹੈ, ਹਫਤੇ 10 ਦਿਨ ਦੇ ਅੰਦਰ ਦੀ ਗੱਲ ਹੈ। ਦੇਖੋ ਕਿਤੇ ਤੁਸੀਂ 5 ਸਾਲ ਤੋਂ ਟਰਾਈ ਕਰ ਰਹੇ ਹੋ, ਤੁਹਾਨੂੰ ਪੰਡਿਤਾਂ ਨੇ ਕਹਿਤਾ, ਐਸਟ੍ਰੋਲੋਜਰਸ ਨੇ ਬੜਾ ਕੁਝ ਕਿਹਾ, ਡਾਕਟਰਾਂ ਨੇ ਕਹਿਤਾ ਕਿ ਤੁਹਾਡਾ ਨਹੀਂ ਹੋ ਸਕਦਾ ਜਾਂ ਕੁਝ ਵੀ ਹੈ, ਤੁਹਾਡੇ ਮਿਸਕੈਰੇਜਸ ਵੀ ਹੋਏ ਤੁਹਾਡੇ, ਤੇ ਤੁਹਾਡਾ ਥੋੜਾ ਹਾਰਡ ਸੀਗਾ, ਤੁਹਾਡੇ ਵਾਸਤੇ ਪੋਸੀਬਲ ਨਹੀਂ ਸੀਗਾ। ਤੁਸੀਂ ਗੁਰੂ ਸਾਹਿਬ ਜੀ ਜਾਂਦੇ ਹੋ, ਔਰ ਗੁਰੂ ਸਾਹਿਬ ਜੀ ਜੋ ਇੰਨੇ ਸਾਲਾਂ ਦਾ ਤੁਹਾਡਾ ਕਸ਼ਟ ਹੈ, ਉਹ ਕੁਝ ਦਿਨਾਂ ਦੇ ਅੰਦਰ ਹੀ ਕੱਟ ਦਿੰਦੇ ਹੈ ਜੀ। ਬਿਲਕੁਲ ਜੀ, ਔਰ ਦਾਤ ਦੇ ਦਿੰਦੇ ਤੁਹਾਨੂੰ, ਕੱਟੇ ਜਾਂਦੇ ਦੁੱਖ ਦਰਸ਼ਨ ਦੇ ਦਰਬਾਰ ਤੇ। ਮੈਨੂੰ ਬੜੀ ਅੱਛੀ ਲੱਗੀ ਗੱਲ ਤੁਹਾਡੀ, ਜੋ ਤੁਹਾਨੂੰ ਦਿਮਾਗ ਵਿੱਚ ਮੇਰੇ ਆ ਰਹੀ ਹੈ ਕਿ ਦੇਖੋ, ਤੁਹਾਨੂੰ ਤਦ ਤੱਕ ਤੁਹਾਡੇ ਤੇ ਕਿਰਪਾ ਨਹੀਂ ਹੋਈ ਜਦ ਤੱਕ ਕਿ ਤੁਸੀਂ ਨਾਮਦਾਨ ਨਹੀਂ ਲਿੱਤਾ। ਇਹ ਰੂਹ ਤੁਹਾਡੀ ਗੁਰੂ ਦੇ ਘਰੋਂ ਆ ਰਹੀ ਸੀ, ਤੁਹਾਨੂੰ ਨਾਮਦਾਨ ਤੁਹਾਡਾ ਲਿਖਿਆ ਸੀ, ਤੁਹਾਡਾ ਨਾਮਦਾਨ ਮਿਲਿਆ, ਉਸ ਤੋਂ ਬਾਅਦ ਤੁਹਾਡੇ ਤੇ ਕਿਰਪਾ ਹੁੰਦੀ ਹੈ। ਦੇਖੋ ਤੁਸੀਂ, ਕਿਰਪਾ ਤੇ ਤੁਹਾਡੇ ਤੇ ਉਸੇ ਦਿਨ ਹੋ ਗਈ ਜਦੋਂ ਤੁਸੀਂ ਉੱਥੇ ਪਹੁੰਚ ਗਏ ਸੀ ਦਰਬਾਰ ਤੇ, ਕਿਉਂਕਿ ਦਰਬਾਰ ਤੇ ਇਸ ਤਰ੍ਹਾਂ ਅਸੀਂ ਨਹੀਂ ਜਾ ਸਕਦੇ ਜਦ ਤੱਕ ਕਿ ਉਹਨਾਂ ਦੀ ਮਰਜ਼ੀ ਨਹੀਂ ਹੈ। ਉਹਨਾਂ ਦੀ ਮਰਜ਼ੀ ਸੀ, ਉਹਨਾਂ ਨੇ ਤੁਹਾਨੂੰ ਬੁਲਾਇਆ, ਕਿਰਪਾ ਕੀਤੀ, ਉਸ ਤੋਂ ਬਾਅਦ ਤੁਹਾਨੂੰ ਨਾਮਦਾਨ ਦਿੱਤਾ, ਨਾਮਦਾਨ ਦੇ ਕੇ ਇੰਨੀ ਵੱਡੀ ਦਾਤ ਦੇ ਕੇ, ਉਸ ਤੋਂ ਬਾਅਦ ਦੂਸਰੀ ਦਾਤ, ਬੱਚੇ ਦੀ ਦਾਤ ਆਪ ਜੀ ਦੀ ਝੋਲੀ ਚ ਪਾਈ ਗੁਰੂ ਸਾਹਿਬ ਜੀ ਨੇ। ਉਸ ਤੋਂ ਬਾਅਦ ਮੇਰੇ ਮਹਾਰਾਜ ਜੀ ਦੀ ਅੰਤਰਯਾਮਤਾ ਦੇਖੋ, ਮੈਂ ਜਦੋਂ ਮਹਾਰਾਜ ਜੀ ਦੇ ਜਨਮ ਦਿਨ ਤੇ 7 ਜਨਵਰੀ ਨੂੰ ਉੱਥੇ ਗਿਆ, 8 ਜਨਵਰੀ ਨੂੰ ਸੌਰੀ, ਤੇ ਉਦੋਂ ਮਹਾਰਾਜ, ਉਦੋਂ ਕੋਵਿਡ ਦਾ ਥੋੜਾ ਜਿਹਾ ਦੁਬਾਰਾ ਸ਼ੁਰੂ ਹੋਇਆ ਸੀਗਾ, ਮੈਂ ਐਕਚੁਅਲੀ ਸਭ ਤੋਂ ਹੀ ਚਲਾ ਗਿਆ ਸੀ ਇੱਕ ਦਿਨ ਪਹਿਲਾਂ, ਤਾਂ ਮੈਨੂੰ ਯਾਦ ਹੈ ਪਹਿਲੇ ਹੀ ਹੋਇਆ ਸੀ ਜੀ। ਇੱਕ ਦਿਨ ਐਕਚੁਅਲੀ ਇੱਕ ਦਿਨ ਪਹਿਲਾਂ ਮਨਾਇਆ ਗਿਆ ਸੀਗਾ 7 ਤਰੀਕ ਜੀ। ਹਾਂਜੀ, ਤੇ ਉਦੋਂ ਮਹਾਰਾਜ ਜੀ ਜਦੋਂ ਸਤਸੰਗ ਤੋਂ ਬਾਅਦ ਸੰਗਤ ਦਰਸ਼ਨ ਨਮਸਕਾਰ ਕਰਨ ਦਾ ਮੌਕਾ ਮਿਲਦਾ, ਤਾਂ ਮਹਾਰਾਜ ਜੀ ਥੋੜੇ ਡਿਸਟੈਂਸ ਤੇ ਸੀਗੇ ਕੋਵਿਡ ਕਰਕੇ। ਮਹਾਰਾਜ ਜੀ ਦੀ ਅੰਤਰਯਾਮਤਾ ਦੇਖੋ, ਮੈਂ ਸਿਰ ਤੇ ਵੀ ਆਪਣਾ ਸਿਰ ਢੱਕਿਆ ਹੁੰਦਾ, ਮੂੰਹ ਤੇ ਵੀ ਮਾਸਕ ਸੀਗਾ, ਮਹਾਰਾਜ ਜੀ ਮੈਨੂੰ ਪਛਾਣ ਕੇ, ਜਿਵੇਂ ਉਹ ਬੱਚਿਆਂ ਵਾਂਗ ਹੱਸਦੇ ਆ, ਥੋੜਾ ਜਿਹਾ ਨੱਕ ਚੜਾ ਕੇ, ਓਦਾਂ ਮੇਰੇ ਵੱਲ ਹੱਸ ਕੇ ਉਹਨਾਂ ਨੇ ਦੇਖਿਆ, ਤੇ ਉਹਨਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਸਾਡੇ ਤੇ ਕਿਰਪਾ ਹੋ ਚੁੱਕੀ ਹੈ। ਉਹਨਾਂ ਨੇ 2 ਫਲ ਮੇਰੀ ਝੋਲੀ ਚ ਘੁਮਾ ਕੇ ਮਾਰੇ, ਵੀ ਇੱਕ ਮੇਰੇ ਲਈ ਤੇ ਇੱਕ ਮੇਰੀ ਵਾਈਫ ਲਈ, ਕਿਉਂਕਿ ਇਹ ਜਾ ਨਹੀਂ ਸਕਦੀ ਸੀਗੀ। ਮੇਰੇ ਮਹਾਰਾਜ ਜੀ ਵਾਕਈ ਅੰਤਰਯਾਮੀ ਨੇ, ਉਹਨਾਂ ਦੀ ਅੰਤਰਯਾਮਤਾ ਦੇ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਨਹੀਂ, ਸਹੀ ਕਹਿੰਦੇ ਹੋ। ਹਾਂਜੀ, ਭਾਵੇਂ ਤੁਸੀਂ ਮਾਸਕ ਪਾ ਲਓ, ਭਾਵੇਂ ਤੁਸੀਂ ਪੁਰਖੇ ਪਾ ਲਓ, ਭਾਵੇਂ ਤੁਸੀਂ ਜੋ ਮਰਜ਼ੀ ਕਰਕੇ ਜਾਓ, ਉਹਨਾਂ ਤੋਂ ਕੁਝ ਨਹੀਂ ਛੁਪਿਆ। ਉਹ ਬੜੀ ਉੱਚੀ, ਉਹ ਬਹੁਤ ਜਨਮਾਂ ਦੀ ਉਹਨਾਂ ਨੇ ਇੰਨੀ ਭਗਤੀ ਕੀਤੀ ਹੈ, ਕਮਾਈ ਕੀਤੀ ਹੈ, ਉਹ ਏਦਾਂ ਗੁਰੂ ਗੱਦੀ ਤੇ ਨਹੀਂ ਬੈਠੇ ਗਏ, ਕੁਛ ਨਾ ਕੁਛ ਤਾਂ ਹੈਗਾ ਸੀ, ਕੋਈ ਤਾਕਤ ਹੈ, ਤਾਂ ਹੀ ਤਾਂ ਉਹਨਾਂ ਨੂੰ ਜੋ ਇੰਨੀਆਂ ਲੱਖਾਂ ਸੰਗਤਾਂ ਦੇ ਕਸ਼ਟ ਕੱਟੀ ਜਾਂਦੇ ਆ, ਰਹਿਮਤਾਂ ਉਹਨਾਂ ਤੇ ਹੋਈ ਜਾਂਦੀਆਂ, ਆਖਿਰ ਗੁਰੂ ਚ ਕੋਈ ਤਾਂ ਤਾਕਤ ਹੈ ਜੋ ਇੰਨੀ ਸੰਗਤ ਜੁੜ ਰਹੀ ਹੈ। ਸੰਗਤ ਸਾਡੀ ਵੱਧਦੀ ਜਾ ਰਹੀ ਹੈ, ਘੱਟ ਨਹੀਂ ਹੋ ਰਹੀ ਹੈ। ਤੁਸੀਂ ਜਦੋਂ ਜਾਓਗੇ ਨਾ ਦਰਬਾਰ ਤੇ, ਜਿਹੜੇ ਸਮਾਗਮ ਤੇ ਜਾਓਗੇ, ਉੱਥੇ ਤੁਹਾਨੂੰ ਸੰਗਤ ਡਬਲ ਹੀ ਮਿਲਣੀ ਹੈ, ਘੱਟ ਨਹੀਂ ਹੋਣੀ। ਤੇ ਆਖਿਰ ਕੁਛ ਨਾ ਕੁਛ ਤੇ ਤਾਕਤ ਹੈ ਗੁਰੂ ਦੇ ਅੰਦਰ, ਤਾਂ ਹੀ ਤਾਂ ਸੰਗਤ ਆ ਰਹੀ ਹੈ ਇੰਨੀ। ਨਵੇਂ ਜੁੜੇ ਹੋ, ਦੇਖੋ ਤੁਹਾਨੂੰ ਕਿਹਾ ਜਾਏ ਤਾਂ ਸਿਰਫ ਖਾਲੀ ਨਵੇਂ 4-5 ਮਹੀਨੇ ਤੁਹਾਨੂੰ ਹੋਏ, ਔਰ ਤੁਹਾਨੂੰ ਕਿਸ ਤਰ੍ਹਾਂ ਗੁਰੂ ਨੇ ਆਪਣੇ ਨਾਲ ਜੋੜ ਲਿੱਤਾ, ਕਿੰਨਾ ਪਿਆਰ ਦੇ ਰਿਹਾ, ਕਿੰਨੇ ਸਪੈਸ਼ਲ ਤੁਸੀਂ ਫੀਲ ਕਰਦੇ ਹੋਵੋਗੇ, ਦੱਸੋ ਤੁਸੀਂ। ਮੈਨੂੰ ਨਹੀਂ ਲੱਗਦਾ ਅਸੀਂ ਨਵੇਂ ਜੁੜੇ ਆ, ਮੈਨੂੰ ਤਾਂ ਐਂ ਲੱਗਦਾ ਕਿ ਮੈਂ ਜਨਮਾਂ ਤੋਂ ਮਹਾਰਾਜ ਜੀ ਨੂੰ ਜੁੜਿਆ। ਇਹੋ ਹੀ ਮੇਰੇ ਕਹਿੰਦਾ ਸੀ, ਤੁਸੀਂ ਕਹਿਤਾ ਜੋ ਮੈਂ ਕਹਿਣ ਲੱਗੀ ਸੀ ਕਿ ਜੱਗੀ ਰੂਪੀ ਤੁਸੀਂ ਹੁਣੀ ਨਵੇਂ ਜੁੜੇ ਹੋ, ਲੇਕਿਨ ਜਨਮਾਂ ਦੀ ਉਹਨਾਂ ਦੀ ਰੂਹਾਂ ਹੈਗੀਆਂ, ਜੋ ਅਸੀਂ ਭਟਕੇ ਹੋਏ ਸੀ ਸੰਸਾਰ ਚ ਆ ਕੇ, ਜੋ ਗੁਰੂ ਨੇ ਸਾਨੂੰ ਥਾਮ ਲਿੱਤਾ। ਸ਼ਾਇਦ ਇਸ ਰੂਹ ਨੂੰ ਤੁਹਾਨੂੰ ਇਸ ਚੰਗੀ ਰੂਹ ਨੂੰ ਮਹਾਰਾਜ ਜੀ ਨੇ ਦੇਣਾ ਸੀਗਾ, ਤੁਹਾਨੂੰ ਹੈ ਨਾ, ਨਾਮਦਾਨ ਦੇਣਾ ਸੀਗਾ, ਤੇ ਇਹਦੇ ਤੇ ਹੋਰ ਇਸ ਤੋਂ ਵੱਡੀ ਰਹਿਮਤ ਕੀ ਹੋ ਸਕਦੀ ਹੈ, ਮੈਨੂੰ ਦੱਸੋ।
ਤੇ ਦਾਸ ਜੀ ਮੈਨੂੰ ਹੁਣ ਇੱਕ ਸਵਾਲ ਹੋਰ ਪੁੱਛਣਾ ਆਪ ਜੀ ਨੂੰ ਕਿ ਜਿਵੇਂ ਹੁਣ ਆਪ ਸਾਨੂੰ ਦੱਸੋ ਜੇ ਅਗਰ ਆਪ ਇਸ ਚੈਨਲ ਦੇ ਮਾਧਿਅਮ ਗੁਰਦਰਸ਼ਨ ਬਲੇਸਿੰਗਸ ਦੇ ਮਾਧਿਅਮ ਤੇ ਅਗਰ ਆਪ ਜੀ ਕੋਈ ਸਾਧ ਸੰਗਤ ਜੀ ਨੂੰ ਕੋਈ ਮੈਸੇਜ ਜਾਂ ਬੇਨਤੀ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਆਪ ਜੀ। ਮੈਂ ਇਹ ਮੈਸੇਜ ਲਿਖਣ ਜੋਗਾ ਤਾਂ ਨਹੀਂ ਹੈਗਾ, ਪਰ ਮਹਾਰਾਜ ਜੀ ਨੂੰ ਦੇਖਦੇ ਹੋਏ ਇੰਸਪਾਇਰ ਹੁੰਦੇ ਹੋਏ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਹਾਲਾਂਕਿ ਮੈਂ ਕਦੇ ਕੁਝ ਵੀ ਨਹੀਂ ਲਿਖਿਆ ਜ਼ਿੰਦਗੀ 'ਚ, ਮੈਂ ਥੋਤਾ ਸੀ ਇਸ ਗੱਲ 'ਚ। ਜੀ ਬਟ ਫਿਰ ਵੀ ਮੈਂ ਇੱਕ ਕਵਿਤਾ ਲਿਖੀ ਸੀਗੀ, ਮੈਂ ਕਪੂਰਥਲੇ ਵਾਲੇ ਸਤਸੰਗ 'ਚ ਵੀ ਸੁਣਾਈ ਸੀ। ਕਪੂਰਥਲਾ 4 ਮਾਰਚ ਨੂੰ ਹੋਇਆ ਸੀ। ਮੈਂ ਤੁਹਾਨੂੰ 2 ਲਾਈਨਾਂ ਉਹਦੀ ਸੁਣਾ ਦਿੰਦਾ। ਬਿਲਕੁਲ ਜੀ, ਬਿਲकुल ਸੁਣਾਓ। जी, मैं था अनजान, मैं था नादान, नहीं था पता धरती पे रहते हैं भगवान। जब हुआ मुझे दर्शन का फरमान, पहुंच गया मैं सचखंड नानक धाम। हाँ जी, सुनाओ, आगे सुनाओ, हो सुनाओ, बहुत सोहनी है जी। उस तो बात है जी, जब भी देखता हूँ अपने गुरु को, शांति मिलती है मेरी रूह को। ऐसे हैं मेरे गुरु, मेरे भगवान, वो मेरे राम, मैं उनका हनुमान। ਗੁਰਦਰਸ਼ਨ, ਹਾਂ ਆਈ ਥਿੰਕ ਮੈਨੂੰ ਯਾਦ ਹੈ, ਸ਼ਾਇਦ ਮੈਂ ਇਹ ਵੀ ਲਾਈਵ ਜਦੋਂ ਪ੍ਰੋਗਰਾਮ ਹੋ ਰਿਹਾ ਸੀਗਾ ਮੈਂ ਸੁਣਿਆ ਸੀਗਾ। ਜੀ ਬਿਲਕੁਲ, ਹਾਂ ਬਿਲਕੁਲ, ਕਿ ਕਿੰਨਾ ਤੁਸੀਂ ਉਹਨਾਂ ਨੂੰ ਰਾਮ ਕਹਿ ਰਹੇ ਤੇ ਤੁਸੀਂ ਉਹਨਾਂ ਦੇ ਹਨੂਮਾਨ ਹੋ। ਠੀਕ ਹੈ, ਇਹ ਉਹੀਓ ਸ਼ਖਸ ਹੈ ਸਾਧ ਸੰਗਤ ਜੀ ਜਿਹੜੇ ਇਨਸਾਨ ਨਾ ਗੁਰੂ ਨੂੰ ਕਦੀ ਮੰਨਦੇ ਸੀਗੇ ਨਾ ਕੁਝ ਸੀਗੇ, ਜਿਹੜੇ ਦਰਬਾਰ ਤੇ ਆਣਾ ਨਹੀਂ ਚਾਹੁੰਦੇ ਸੀਗੇ, ਔਰ ਉਹ ਕਿਸ ਤਰ੍ਹਾਂ ਆਉਂਦੇ ਆ ਅੱਜ ਉਹੀ ਆਪਣੇ ਆਪ ਨੂੰ ਹਨੂਮਾਨ ਜੀ ਕਹਿ ਰਹੇ ਆ। ਦੇਖੋ ਸਾਡੀ ਕਿੰਨੇ ਭਾਗ ਚੰਗੇ ਆ, ਕਿੰਨੀ ਸਾਡੀ ਕਿਸਮਤ ਚੰਗੀ ਹੈ। ਦੇਖੋ ਮੈਂ ਕਹਿੰਦੀ ਮਹਾਰਾਜ ਜੀ ਏਦਾਂ ਹੀ ਕਿਰਪਾ ਰਹਿਮਤ ਕਰਨ ਕਿ ਆਪ ਜੀ ਦੀ, ਔਰ ਮੈਂ ਤੁਹਾਨੂੰ ਕਿਹਦੇ ਤੇ ਕਿਰਪਾ ਤੁਹਾਡੇ ਤੇ ਬਰਸਾਏ ਰੱਖਣ ਮਹਾਰਾਜ ਜੀ। ਤੁਹਾਡਾ ਜੋ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਆਪ ਨੂੰ ਹਨੂਮਾਨ ਜੀ ਕਹਿੰਦੇ ਹੋ, ਗੁਰੂ ਸਾਹਿਬ ਜੀ ਦੀ ਤੁਹਾਡਾ ਇਹ ਜਿਹੜਾ ਹਨੂਮਾਨ ਵਾਲੀ ਫੀਲਿੰਗ ਹੈ, ਜੋ ਤੁਹਾਡਾ ਭਾਵ ਹੈ, ਗੁਰੂ ਸਾਹਿਬ ਜੀ ਨੂੰ ਐਕਸੈਪਟ ਕਰਨ, ਉਹਨੂੰ ਕਬੂਲ ਕਰਨ, ਤੇ ਇਹੋ ਹੀ ਮੰਗ ਰਹੇ ਗੁਰੂ ਸਾਹਿਬ ਜੀ ਕੋ ਆਪ ਜੀ ਦੀ ਕਿਰਪਾ ਰਹਿਮਤ ਹੋਵੇ। ਜਲਦੀ ਤੁਹਾਡੇ ਘਰ ਜਿਹੜੇ ਗੁਰੂ ਸਾਹਿਬ ਜੀ ਦੀ ਜਿਹੜੀ ਰੂਹ ਆਈ ਹੈ ਉਹ ਆਵੇ, ਉਹ ਆਪ ਜੀ ਨੂੰ ਹੋਰ ਦਰਬਾਰ ਦੇ ਨਾਲ ਜੋੜੇ, ਤੇ ਇਸ ਤਰ੍ਹਾਂ ਹੀ ਆਪ ਜੀ ਦੇ ਭਾਗ ਜਗਨ ਤੇ ਆਪ ਜੀ ਹੋਰ ਸੰਗਤਾਂ ਨੂੰ ਵੀ ਅੱਗੇ ਜੋੜੀ ਜਾਓ ਕਿ ਜੋ ਕਿਰਪਾ ਰਹਿਮਤ ਤੁਹਾਡੇ ਤੇ ਹੋਈ ਹੈ ਉਹ ਕਿਰਪਾ ਰਹਿਮਤ ਅੱਗੇ ਹੋਰਾਂ ਤੇ ਵੀ ਹੋਵੇ। ਕਿਉਂਕਿ ਇਹ ਜਿਹੜਾ ਮਿਸ਼ਨ ਹੈ ਉਹ ਸਰਬਤ ਦਾ ਭਲਾ ਕਰਨ ਵਾਲਾ ਮਿਸ਼ਨ ਹੈ। ਇਹਦੇ ਅੰਦਰ ਸਿਰਫ ਉਹੀ ਹੁੰਦਾ ਹੈ ਕਿ ਅਗਰ ਅਸੀਂ ਕਿਸੇ ਦਾ ਭਲਾ ਕਰਾਂਗੇ ਤੇ ਕੋਈ ਸਾਡਾ ਅੱਗੋਂ ਦੀ ਸਾਡਾ ਵੀ ਭਲਾ ਹੀ ਹੋਏਗਾ। ਕਿਉਂਕਿ ਸਾਡੇ ਗੁਰੂ ਸਾਹਿਬ ਜੀ ਆਏ ਦਿਨ ਜੋ ਸੰਗਤਾਂ ਦੇ ਕਸ਼ਟ ਕੱਟ ਰਹੇ ਹੈ ਉਹ ਸਰਬਤ ਦਾ ਭਲਾ ਹੀ ਕਰ ਰਹੇ ਹੈ, ਸਭ ਦਾ ਭਲਾ ਹੀ ਕਰ ਰਹੇ ਹੈ। ਜਿਸ ਚੀਜ਼ ਨੂੰ ਡਾਕਟਰਾਂ ਨੇ ਮਨਾ ਕਰ ਦਿੱਤਾ, ਸਭ ਨੇ ਕਹਿਤਾ, ਤੁਹਾਡੇ ਐਸਟ੍ਰੋਲੋਜਰਸ ਨੇ ਕਹਿਤਾ ਕਿ ਜੋ ਨਹੀਂ ਹੋ ਸਕਦਾ, ਉਹ ਕੰਮ ਸਾਡੇ ਗੁਰੂ ਸਾਹਿਬ ਜੀ ਨੇ ਕਰਕੇ ਦਿਖਾਤਾ। ਹੁਣ ਵੀ ਮੇਰਾ ਇਹੀ ਹਾਲ ਹੈ। ਮੈਂ ਆਪਣੇ ਆਫਿਸ, ਮੈਨੂੰ ਕੋਈ ਵੀ ਬੰਦਾ ਮਿਲਦਾ, ਕੋਈ ਵੀ ਮੇਰਾ ਫਰੈਂਡ, ਮੇਰਾ ਕੋਈ ਕਸਟਮਰ, ਮੇਰਾ ਕੋਈ ਕੋਲੀਗ, ਮੈਂ ਮਹਾਰਾਜ ਜੀ ਦੀ ਗੱਲਾਂ ਕਰਦਾ, ਮੈਨੂੰ ਕੋਈ ਹੋਰ ਗੱਲ ਸੁਝਦੀ ਨਹੀਂ, ਆਉਂਦੀ ਨਹੀਂ। ਸਾਡੇ ਕੋਲ ਹੋਰ ਕੁਝ ਕਰਨ ਵਾਸਤੇ ਸਾਥ ਕੋਈ ਸਮਝ ਹੀ ਨਹੀਂ ਆਉਂਦਾ, ਨਹੀਂ ਕੁਝ ਹੋਰ ਕਰਨ ਵਾਸਤੇ ਸਾਡੇ ਕੋਲ ਨਹੀਂ ਹੈ। ਪਿੱਛੇ ਮਹਾਰਾਜ ਜੀ ਨੇ ਲੰਡਨ 'ਚ ਇੱਕ ਸਤਸੰਗ 'ਚ ਕਿਹਾ ਸੀਗਾ ਕਿ ਤੁਸੀਂ ਇਸ ਜੀਵਨ ਨੂੰ ਗ੍ਰਾਂਟਿਡ ਨਾ ਲੈ ਲਿਓ, ਕਿਆ ਪਤਾ ਅਗਲੇ ਜਨਮ 'ਚ ਤੁਹਾਨੂੰ ਇਹੀ ਗੁਰੂ ਮਿਲਣ ਕਿ ਨਹੀਂ ਮਿਲਣ। ਮੈਂ ਉਹ ਗੱਲ ਸੁਣ ਕੇ ਇੰਨਾ ਰੋਇਆ ਆਪਣੇ ਆਪ 'ਚ। ਮੈਂ ਕਿਹਾ ਮਹਾਰਾਜ ਜੀ ਹਲੇ ਤਾਂ ਮਿਲੇ ਆ, ਹੁਣੇ ਮੈਨੂੰ ਵਿਛੜਨ ਦੀ ਗੱਲਾਂ ਨਾ ਮੇਰੇ ਨਾਲ ਕਰੋ। ਕਈ ਵਾਰੀ ਸਤਸੰਗ ਜਿਹੜਾ ਸੰਡੇ ਹੋਣੀ ਗਿਆ, ਉਸ ਸਤਸੰਗ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਸੀ ਸਭ ਗੱਲ ਬਿਲਕੁਲ ਸਹੀ। ਹਾਂ, ਤੇ ਉਹ ਸਹੀ ਹੈ। ਅਸੀਂ ਗ੍ਰਾਂਟਿਡ ਲੈ ਲੈਂਦੇ ਆ ਨਾ ਕਿ ਸਾਨੂੰ ਉਹ ਬੜੇ ਆਮ ਹੈ, ਚਲੋ ਸਾਨੂੰ ਉਹ ਡਿਪੈਂਡ ਕਰਦੇ ਹੋ, ਉਹ ਆਮ ਹੈ ਬੜੇ, ਸਾਡੇ ਵਰਗਾ ਜੀਤੇ ਆ ਰਹਿੰਦੇ ਆ, ਲੇਕਿਨ ਉਹ ਆਮ ਜੀਵ ਨਹੀਂ ਹੈ, ਸਾਡੇ ਵਰਗਾ ਨਹੀਂ ਹੈ। ਸਾਡੇ ਤੇ ਭਾਗ ਚੰਗੇ ਹੈ ਕਿ ਸਾਨੂੰ ਇਹ ਸਭ ਦਿਖਾ ਰਹੇ ਹੈ, ਸਾਡੇ ਬਹੁਤ ਚੰਗੇ ਭਾਗ। ਔਰ ਇਸ ਤਰ੍ਹਾਂ ਹੀ ਮਹਾਰਾਜ ਸਾਡੇ ਸਭ ਦੇ ਭਾਗ ਇੰਨੇ ਚੰਗੇ ਕਰਨ ਕਿ ਸਾਨੂੰ ਏਦਾਂ ਹੀ ਗੁਰੂ ਸੰਗਤਾਂ ਨਾਲ ਮਿਲਾਉਂਦੇ ਰਹਿਣ, ਗੁਰੂ ਸੇਵਾ 'ਚ ਅਸੀਂ ਲੱਗੇ ਰਹੀਏ, ਨਾਮ ਸ਼ਬਦ ਜਪਦੇ ਰਹੀਏ। ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਆਪ ਜੀ ਨਾਲ ਮਿਲ ਕੇ, ਔਰ ਥੈਂਕ ਯੂ ਕਿ ਆਪ ਜੀ ਨੇ ਮੈਨੂੰ ਖੁਦ ਕੰਟੈਕਟ ਕੀਤਾ ਕਿ ਆਪ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਆਪ ਜੀ ਸ਼ੇਅਰ ਕਰਨਾ ਚਾਹੁੰਦੇ ਸੀਗੇ। ਤੁਹਾਡਾ ਵੀ ਬਹੁਤ ਥੈਂਕ ਯੂ, ਤੁਸੀਂ ਟਾਈਮ ਕੱਢਿਆ। ਕਈ ਗੱਲਾਂ ਅਸੀਂ ਨਹੀਂ ਕਰ ਪਾਉਂਦੇ, ਤੁਹਾਡੇ ਚੈਨਲ ਦੇ ਥਰੂ ਅਸੀਂ ਆਪਣੇ ਵਿਚਾਰ ਪ੍ਰਗਟ ਕੀਤੇ ਆ। ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ। ਸੇਵਾ ਆ ਬਸ, ਗੁਰੂ ਸਾਹਿਬ ਜੀ ਨੇ ਸਾਨੂੰ ਜੋ ਸੇਵਾ ਸਾਡੇ ਕੋਲ ਕਰਵਾ ਰਹੇ ਹੈ, ਤੇ ਨਾਲੇ ਜੋ ਸੰਗਤ ਸਾਡੀ ਜੋ ਸਪੋਰਟ ਕਰ ਰਹੀ ਹੈ, ਸਾਡੀ ਸੇਵਾ ਨੂੰ ਐਕਸੈਪਟ ਕਰ ਰਹੀ ਹੈ, ਉਹਦਾ ਵੀ ਬਹੁਤ ਧੰਨਵਾਦ ਆਪ ਸਭ ਜੀ ਦਾ ਵੀ ਤੇ ਸਾਰੀ ਸਾਧ ਸੰਗਤ ਜੀ। ਥੈਂਕ ਯੂ ਵੈਰੀ ਮਚ ਜੀ। ਸਾਧ ਸੰਗਤ ਜੀ ਆਖਿਰ ਵਿੱਚ ਇਹੋ ਬੇਨਤੀ ਹੈ, ਪਲੀਜ਼ ਸਾਡਾ ਚੈਨਲ ਗੁਰਦਰਸ਼ਨ ਬਲੇਸਿੰਗਸ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਤੇ ਥੈਂਕ ਯੂ ਵੈਰੀ ਮਚ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰਦਰਸ਼ਨ ਜੀ। ਧੰਨ